ਇਹ ਜ਼ਰੂਰੀ ਹੈ ਕਿ ਮੁੱਖ ਮੰਤਰੀ ਇਹਨਾਂ ਵਿਧਾਇਕਾਂ ਨੂੰ ਮਿਲਦੇ ਰਹਿਣ। ਜੇ ਉਹ ਲੋਕ ਸਭਾ ਹਲਕਿਆਂ ਵਾਈਜ਼ ਹੀ ਮਿਲਣੇ ਨੇ ਤੇ ਭਵਿੱਖ ਵਿੱਚ ਆਸ ਕਰਦੇ ਹਾਂ ਕਿ ਉਹ ਜਿਹੜੀ ਹੋਰ ਪਾਰਟੀਆਂ ਦੇ ਐਮਐਲਏ ਵੀ ਜਿੱਤੇ ਨੇ ਉਹਨਾਂ ਨੂੰ ਵੀ ਬੁਲਾਉਣਗੇ, ਕਿਉਂਕਿ ਹਲਕਿਆਂ ਦੀ ਨੁਮਾਇੰਦਗੀ ਉਹ ਵੀ ਉਹਨਾਂ ਦੇ ਵੀ ਲੋਕ ਕਰਦੇ ਨੇ ਜਿਹੜੇ ਸਰਕਾਰ ਬੇਸ਼ੱਕ ਨਹੀਂ ਬਣਾ ਸਕੇ, ਪਰ ਕਿਸੇ ਹਲਕੇ ਦੇ ਲੋਕਾਂ ਨੇ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਾ ਦੇ ਕੇ ਕਿਸੇ ਹੋਰ ਪਾਰਟੀ ਦੇ ਵਿਧਾਇਕ ਨੂੰ ਦਿੱਤਾ ਹੈ। ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਨੂੰ ਲੈ ਕੇ ਹੈ ਉਹ ਨਸ਼ੇ ਦੀ ਸਮੱਸਿਆ ਹੋਵੇ। ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਆ ਉਹ ਢਿੱਲ ਮੱਠ ਕਈ ਵਾਰ ਦੇਖਣ ਨੂੰ ਮਿਲਦੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਧਿਆਨ ਕੇਂਦਰਿਤ ਕਰੇ ਤੇ ਸਾਨੂੰ ਕੁਝ ਨਵੀਆਂ ਗਤੀਵਿਧੀਆਂ ਜਿਹੜੀਆਂ ਆ ਉਹ ਦੇਖਣ ਨੂੰ ਮਿਲਣ। ਬਿਜਲੀ ਮੰਤਰੀ ਨੇ ਕਿਹਾ ਕਿ ਜੇ ਤੁਸੀਂ 300 ਯੂਨਿਟ ਬਾਲ ਸਕਦੇ ਆ ਤੇ ਉਹਦਾ ਬਿੱਲ ਵੀ ਤਾਂ ਕਰ ਸਕਦੇ ਆ। ਇਹ ਗੱਲ ਠੀਕ ਹੈ, ਪਰ ਉਹਦੇ ਨਾਲ ਇੱਕ ਭੇਦਭਾਵ ਜਿਹੜਾ ਆ ਸਮਾਜ ਦੇ ਵਿੱਚ ਬਿਲਕੁਲ ਦੇਖਣ ਨੂੰ ਮਿਲਦਾ ਹੈ। ਬਹੁਤ ਘੱਟ ਲੋਕ ਹੋਣਗੇ ਜਿਹੜੇ ਫ੍ਰੀ ਬੀਜ ਚਾਹੁੰਦੇ ਨੇ ਜਾਂ ਫ੍ਰੀ ਦੀ ਬਿਜਲੀ ਚਾਹੁੰਦੇ ਨੇ। ਕਿਸਾਨ ਜਿਹੜੀ ਵੀ ਉਪਜ ਪੈਦਾ ਕਰਦਾ, ਜੇਕਰ ਉਹਦੀ ਕੀਮਤ ਉਹਨੂੰ ਉਹਦੀ ਲਾਗਤ ਦੇ ਨਾਲ ਉਹਦਾ ਇੱਕ 20% ਜਾਂ 25% ਪ੍ਰੋਫਿਟ ਜੋੜ ਕੇ ਕੈਪੀਟਲ ਦੇ ਉੱਤੇ ਇੰਟਰਸਟ ਜੋੜ ਕੇ ਉਹਨੂੰ ਉਹਨਾਂ ਇੱਕ ਪੈਸੇ ਉਹਦੀ ਕਮਾਈ ਦੇ ਵਿੱਚੋਂ ਉਹਦੀ ਮਿਹਨਤ ਦੀ ਜਿਹੜੀ ਫਸਲ ਹੈ ਉਹਦੇ ਤੋਂ ਮਿਲ ਜਾਣ, ਤੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਨੂੰ ਵੀ ਫ੍ਰੀ ਬਿਜਲੀ ਦੀ ਲੋੜ ਹੈ। ਸਰਕਾਰਾਂ ਚਾਹੇ ਉਹ ਕੇਂਦਰ ਦੀਆਂ ਨੇ ਤੇ ਚਾਹੇ ਉਹ ਸਟੇਟ ਦੀਆਂ ਨੇ, ਉਹ ਕਿਸਾਨੀ ਵਾਲਾ ਮਸਲਾ ਹੱਲ ਨਹੀਂ ਕਰ ਸਕਦੀਆਂ ਤੇ ਇਸ ਕਰਕੇ ਉਹ ਫਿਰ ਉਹਨਾਂ ਨੂੰ ਇੱਕ ਵਰਾਉਣ ਲਈ ਇੱਦਾਂ ਕਹਿ ਲਓ ਜਾਂ ਬੱਚੇ ਨੂੰ ਲੋਲੀਪੌਪ ਦੇਣ ਵਾਲੀ ਜਿਹੜੀ ਚੀਜ਼ ਹੈ ਉਹ ਫ੍ਰੀ ਬਿਜਲੀ ਦੇ ਦਿੱਤੀ ਜਾਂਦੀ ਹੈ। ਹਾਲਾਂਕਿ ਉਹਦਾ ਨੁਕਸਾਨ ਕਿਸਾਨੀ ਨੂੰ ਵੀ ਉਨਾ ਹੀ ਹੁੰਦਾ। ਜੇਕਰ ਕਿਸੇ ਦੀ ਮੀਟਰ ਰੀਡਿੰਗ ਦੇ ਵਿੱਚ ਕੋਈ ਕੁਤਾਹੀ ਵਰਤੀ ਜਾਂਦੀ ਹੈ ਜਾਂ ਫਿਰ ਕਿਸੇ ਦੀ ਬਿੱਲ ਦੀ ਜਿਹੜੀ ਅਮਾਊਂਟ ਆ ਉਹ ਗਲਤ ਛਪ ਕੇ ਆ ਜਾਂਦੀ ਹੈ ਤੇ ਉਹਦੇ ਲਈ ਵਿਭਾਗ ਦੇ ਜਿਹੜੇ ਅਧਿਕਾਰੀ ਆ ਉਹ ਜ਼ਿੰਮੇਵਾਰ ਹੋਣਗੇ ਤੇ ਉਹਦੇ ਲਈ ਫਿਰ ਲੋਕਾਂ ਨੂੰ ਜਿਹੜਾ ਆ ਉਹ ਪਰੇਸ਼ਾਨ ਨਹੀਂ ਹੋਣਾ ਪਵੇਗਾ। ਜੇਕਰ ਤੁਸੀਂ ਕਿਤੇ ਜਨਮ ਦਾ ਰਜਿਸਟ੍ਰੇਸ਼ਨ ਕਰਵਾ ਦਿਓ ਤੇ ਅਕਸਰ ਹੀ ਜਿਹੜੇ ਬੱਚਿਆਂ ਦੇ ਨਾਮ ਨੇ ਜਾਂ ਪੇਰੈਂਟਸ ਦੇ ਨਾਮ ਹੈ ਜਿਹੜੇ ਗਲਤ ਕਰ ਦਿੱਤੇ ਜਾਂਦੇ ਨੇ। ਇਹ ਗੱਲਾਂ ਕਈ ਵਾਰ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਮੁੜ ਕੇ ਉਸ ਸਰਟੀਫਿਕੇਟ ਨੂੰ ਠੀਕ ਕਰਾਉਣਾ ਜਿਹੜਾ ਆ ਉਹ ਉਨਾ ਹੀ ਔਖਾ ਹੋ ਜਾਂਦਾ ਜਿੰਨਾ ਕਿ ਚੰਦ ਤੋਂ ਕੋਈ ਚੀਜ਼ ਲੈ ਕੇ ਆਉਣੀ। ਕਿ ਜਿਸ ਦਿਨ ਇਹ ਬਿਆਨ ਉਹਨਾਂ ਦਾ ਆਇਆ ਸੀ ਉਸੇ ਦਿਨ ਇਸ ਗੱਲ ਦਾ ਰੌਲਾ ਪੈ ਗਿਆ ਸੀਗਾ ਕਿ ਇਹ ਜਿਹੜੇ ਐਸਜੀਪੀਸੀ ਮੈਂਬਰ ਨੇ ਇਹ ਪਾਰਟੀ ਤੋਂ ਬਾਹਰ ਹੋਣਗੇ ਜਾਂ ਇਹ ਆਪ ਚਲੇ ਜਾਣਗੇ ਜਾਂ ਇਹਨਾਂ ਨੂੰ ਸਰਕਾਰ ਕੱਢ ਦੇਵੇਗੀ। ਕਿਉਂਕਿ ਚਾਹੇ ਅਸੀਂ ਜਿੰਨਾ ਮਰਜ਼ੀ ਲੋਕਤੰਤਰ ਦੀ ਦੁਹਾਈ ਦਈਏ, ਪਰ ਇੱਥੇ ਪਾਰਟੀ ਲਾਈਨ ਦੇ ਖਿਲਾਫ ਬੋਲਣ ਵਾਲੇ ਦਾ ਹਸ਼ਰ ਜਿਹੜਾ ਹੈ ਉਹ ਅਕਸਰ ਇਹੋ ਹੀ ਹੁੰਦਾ ਹੈ। ਜੇ ਜੋ ਪਾਰਟੀ ਕਹਿੰਦੀ ਹੈ ਉਹੋ ਹੀ ਤੁਸੀਂ ਕਹੋ ਤਾਂ ਫਿਰ ਠੀਕ ਹੈ। ਜੇਕਰ ਤੁਸੀਂ ਕੋਈ ਗੱਲ ਇੱਧਰ ਉੱਧਰ ਕਰਦੇ ਆ ਤੇ ਚਾਹੇ ਫਿਰ ਤੁਸੀਂ ਨਵਜੋਤ ਸਿੰਘ ਸਿੱਧੂ ਹੋਵੋ, ਚਾਹੇ ਤੁਸੀਂ ਬਲਦੇਵ ਸਿੰਘ ਚੁੰਗਾ ਹੋਵੋ ਤੇ ਚਾਹੇ ਤੁਸੀਂ ਕੋਈ ਹੋਰ ਹੋਵੋ, ਤੁਹਾਨੂੰ ਜਿਹੜਾ ਰਸਤਾ ਉਹ ਬਾਹਰ ਦਾ ਦਿਖਾ ਦਿੱਤਾ ਜਾਣਾ। ਦੋਸ਼ ਇਹ ਸੀ ਉਹਨਾਂ ਦਾ ਬੀਬੀ ਬਲਜੀਤ ਕੌਰ ਦੇ ਉੱਤੇ ਕਿ ਮੈਡਮ ਜਿਹੜੇ ਮੈਂਬਰ ਬਣ ਗਏ ਨੇ ਹੁਣ ਵਿਧਾਨ ਸਭਾ ਦੇ ਤੇ ਨਾਲੇ ਕੈਬਨਿਟ ਮੈਂਬਰ ਵੀ, ਉਹ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੇ ਪੀਏ ਵੀ ਸਾਡੀ ਗੱਲ ਨਹੀਂ ਸੁਣਦੇ। ਆਰਟੀਆਈ ਦੀ ਇਨਫੋਰਮੇਸ਼ਨ ਕੋਈ ਪਾ ਕੇ ਦੇਖ ਲਵੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਗੱਡੀਆਂ ਤੁਹਾਨੂੰ ਅਜਿਹੀਆਂ ਮਿਲਣਗੀਆਂ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਜਾਂ ਫਿਰ ਜਿਹੜੇ ਨੇ ਉਹਨਾਂ ਦੇ ਫਿਟਨੈਸ ਸਰਟੀਫਿਕੇਟ ਹੈ ਜਿਹੜੇ ਉਹ ਨਹੀਂ ਹੋਣਗੇ। ਤੇ ਜੇਕਰ ਤੁਸੀਂ ਮੁਲਾਜ਼ਮ ਹੋ ਵੀ ਜੇ ਪੰਜਾਬ ਪੁਲਿਸ ਦੇ, ਫਿਰ ਤੁਹਾਡੇ ਲਈ ਹੈਲਮਟ ਜਾਂ ਟ੍ਰਿਪਲ ਰਾਈਡਿੰਗ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਲਈ ਬਣੀਆਂ ਹੀ ਨਹੀਂ। ਇਹ ਗੱਲ ਤਾਂ ਬਿਲਕੁਲ ਪੱਕੀ ਆ। ਧਾਰਾ 144 ਦੇ ਅਧੀਨ 1972-1973 ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਕਿ 10:30 ਵਜੇ ਤੱਕ ਜਿਹੜੇ ਲਾਸਟ ਆਰਡਰ ਖਾਣ ਪੀਣ ਦੇ ਲੈ ਜਾਣ ਤੇ 11 ਵਜੇ ਤੱਕ ਬਾਜ਼ਾਰ ਜਿਹੜਾ ਹੈ ਉਹਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇ। ਸਿੱਖਿਆ ਜਿਹੜੀ ਹੈ ਉਹ ਬਹੁਤ ਵੱਡੀ ਚੀਜ਼ ਹੈ ਤੇ ਜੇ ਕਿਸੇ ਨੂੰ ਦਿੱਤੀ ਜਾਵੇ, ਕਿਸੇ ਲੋੜਵੰਦ ਨੂੰ ਦਿੱਤੀ ਜਾਵੇ ਤੇ ਇਹ ਫਿਰ ਉਹਦਾ ਤੀਸਰਾ ਨੇਤਰ ਹੀ ਨਹੀਂ ਖੋਲ੍ਹਦੀ, ਉਹਦੀ ਜ਼ਿੰਦਗੀ ਦੇ ਜਿਹੜੇ ਬੰਦ ਦਰਵਾਜ਼ੇ ਉਹ ਵੀ ਖੋਲ੍ਹਦੀ ਆ। ਤੇ ਇੱਕ ਵਿਦਿਆਰਥੀ ਜਦੋਂ ਸਫਲ ਹੋ ਕੇ ਕੁਝ ਬਣਦਾ ਹੈ ਤੇ ਉਹਦੀ ਆਉਣ ਵਾਲੀਆਂ ਕਈ ਪੀੜ੍ਹੀਆਂ ਜਿਹੜੀਆਂ ਨੇ ਸੰਵਰ ਜਾਂਦੀਆਂ ਨੇ। ਬਹੁਤ ਹੀ ਇੱਕ ਚੰਗਾ ਉੱਦਮ ਹੈ ਜੇ ਅਸੀਂ ਇਸ ਚੀਜ਼ ਨੂੰ ਇਸ ਨਜ਼ਰੀਏ ਨਾਲ ਦੇਖੀਏ ਕਿ ਵਿਦਿਆਰਥੀ ਜਿਹੜੇ ਨੇ ਉਹ ਪੜ੍ਹਦੇ ਨੇ। ਕਿੰਨੀ ਜਿਹੜੀ ਆ ਉਹ ਇੱਕ ਚੰਗਾ ਮਾਹੌਲ ਹੋਵੇਗਾ ਜੇ ਤੁਸੀਂ ਦੇਖੋ ਕਿ ਕਿਸੇ ਨਦੀ ਦੇ ਕਿਨਾਰੇ ਤੇ ਸਵੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹਨ ਲਈ ਇਕੱਠੇ ਹੁੰਦੇ ਨੇ। ਤੇ ਬਹੁਤ ਹੀ ਇੱਕ ਚੰਗੀ ਤੇ ਪੋਜ਼ਿਟਿਵ ਖਬਰ ਵੀ ਹੈ ਇਸ ਨਜ਼ਰੀਏ ਤੋਂ ਕਿ ਅਸੀਂ ਆਲੇ ਦੁਆਲੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜੇ ਗੱਲ ਕਰੀਏ ਤਾਂ ਸਾਡਾ ਜਿਹੜਾ ਪੜ੍ਹਨ ਦਾ ਜਾਂ ਪੜ੍ਹਾਉਣ ਦਾ ਰੁਝਾਨ ਆ ਉਹ ਬਹੁਤ ਘਟ ਗਿਆ ਹੈ। ਮੋਨੀਟਰਿੰਗ ਇੰਡੀਅਨ ਇਕੋਨਮੀ ਇੱਕ ਜਿਹੜੀ ਸਾਡੀ ਸੰਸਥਾ ਹੈ CMIE, ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਤਾਂ ਇਸ ਸਰਕਾਰ ਦੇ ਅਧੀਨ ਕੰਮ ਕਰਨਾ ਹੀ ਬੰਦ ਕਰ ਦਿੱਤਾ। ਉਹਨੇ ਜਿਹੜੇ ਬੇਰੁਜ਼ਗਾਰੀ ਦੇ ਅੰਕੜੇ ਦਿੱਤੇ ਨੇ ਉਹਦੇ ਵਿੱਚ ਜਦੋਂ ਅਸੀਂ ਬਿਹਾਰ ਦੇ ਅੰਕੜੇ ਦੇਖਦੇ ਹਾਂ ਤਾਂ ਉਹ ਭਾਰਤ ਦੇ ਅੰਕੜਿਆਂ ਨਾਲੋਂ ਡਬਲ ਨਜ਼ਰ ਆਉਂਦੇ ਨੇ। ਲਗਭਗ 1 ਲੱਖ ਨੌਕਰੀ ਸਿਰਫ ਬੈਂਕਿੰਗ ਸੈਕਟਰ ਦੇ ਵਿੱਚ ਹੀ ਜਿਹੜੀ ਆ ਉਹ ਬੀਤੇ ਦੇ ਨਾਲੋਂ ਘਟ ਗਈ ਹੈ। ਸਾਰੇ ਭਾਰਤ ਦੀ ਗੱਲ ਹੈ। सत श्री अकाल। तुसीं देख रहे हो पंजाबी नैशनल TV ते प्रोग्राम है जी विचार चर्चा। अज इस प्रोग्राम दे विच एज एन एक्सपर्ट स्टूडियो च साडे नाल मौजूद ने अमृतपाल शर्मा जी ते उन्हां दे नाल शुरू करदे हां गल्लां बातां कुछ सियासी मुद्दिआं ते गलबात ते चर्चा करदे हां।
ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਬਹੁਤ-ਬਹੁਤ ਸ਼ੁਕਰੀਆ। ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਿਆਸਤ ਤੋਂ ਤੇ ਨਵੀਂ ਬਣੀ ਹੈ ਸਰਕਾਰ ਭਗਵੰਤ ਸਿੰਘ ਮਾਨ ਦੀ। ਕੱਲ ਉਹਨਾਂ ਨੇ ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ, ਸਿਰ ਜੋੜੇ ਨੇ, ਤੇ ਕੀ ਕੁਝ ਨਿਕਲ ਕੇ ਬਾਹਰ ਆਇਆ ਉਸ ਮੀਟਿੰਗ 'ਚੋਂ? ਜਦੋਂ ਤੁਸੀਂ ਕਿਹਾ ਕਿ ਸ਼ੁਰੂਆਤ ਕਰਦੇ ਹਾਂ, ਮੈਂ ਸੋਚਿਆ ਸ਼ਾਇਦ ਸਿਆਸਤ ਤੋਂ ਬਾਹਰ ਨਿਕਲੋ, ਤੁਸੀਂ ਕੋਈ ਮੌਸਮ ਦੀ ਗੱਲ ਕਰੋ, ਕੁਝ ਗਰਮੀ ਦਾ ਜ਼ਿਕਰ ਕਰੋ, ਪਰ ਨਹੀਂ, ਨਾ ਸਿਆਸਤ ਤੁਹਾਨੂੰ ਛੱਡਦੀ ਹੈ ਤੇ ਨਾ ਤੁਸੀਂ ਸਿਆਸਤ ਨੂੰ ਛੱਡਦੇ। ਬਿਲਕੁਲ ਠੀਕ ਹੈ ਜੀ, ਮਹੀਨੇ ਤੋਂ ਉੱਪਰ ਹੋ ਗਿਆ ਨਵੀਂ ਸਰਕਾਰ ਬਣੀ ਨੂੰ, ਤੇ ਪਹਿਲੀ ਵਾਰ ਸਮਾਂ ਮਿਲਿਆ ਉਹਨਾਂ ਨੂੰ ਆਪਣੇ ਵਿਧਾਇਕਾਂ ਨੂੰ ਮਿਲਣ ਦਾ, ਕਿਉਂਕਿ ਕੈਬਨਿਟ ਦੀਆਂ ਮੀਟਿੰਗਸ 1-2 ਹੋ ਚੁੱਕੀਆਂ ਨੇ। ਪਰ ਜਿਸ ਤਰੀਕੇ ਦੇ ਨਾਲ ਇਹ ਨਵੇਂ ਸਾਰੇ ਦੇ ਸਾਰੇ, ਕੁਝ ਇੱਕ ਥੋੜ੍ਹੇ ਕੁ ਗਿਣਤੀ ਦੇ ਵਿੱਚ ਹੁਣ ਜਿਹੜੇ ਪੁਰਾਣੇ ਵਿਧਾਇਕ ਨੇ, ਸਮੇਤ ਭਗਵੰਤ ਮਾਨ ਐਜ਼ ਵਿਧਾਇਕ MLA, ਉਹ ਆਪ ਵੀ ਪਹਿਲੀ ਵਾਰ ਬਣੇ ਨੇ। ਹਾਲਾਂਕਿ ਉਹ 2 ਵਾਰ ਮੈਂਬਰ ਪਾਰਲੀਮੈਂਟ ਜ਼ਰੂਰ ਰਹਿ ਚੁੱਕੇ ਨੇ ਭਾਰਤ ਦੀ ਲੋਕਤੰਤਰਕ ਪ੍ਰਣਾਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਪਰ ਕਿਸੇ ਵੀ ਪ੍ਰਦੇਸ਼ ਦੇ MLA ਉਹ ਪਹਿਲੀ ਵਾਰ ਬਣੇ ਨੇ, ਤੇ ਪਹਿਲੀ ਵਾਰ MLA ਬਣਦਿਆਂ ਸਾਰੀ ਉਹ ਮੁੱਖ ਮੰਤਰੀ ਵੀ ਬਣੇ ਨੇ। ਇੱਕ ਵੱਡੀ ਜ਼ਿੰਮੇਵਾਰੀ ਹੈ, ਸਮੱਸਿਆਵਾਂ ਜਿਹੜੀਆਂ ਨੇ ਉਹ ਬਹੁਤ ਲੰਬੀ ਚੌੜੀ ਫੇਹਰਿਸਤ ਹੈ, ਲਿਸਟ ਹੈ ਉਹਨਾਂ ਦੀ। ਅਸੀਂ ਇਸ ਸਟੇਟ ਦੀ ਜਦੋਂ ਗੱਲ ਕਰਦੇ ਹਾਂ, ਤੇ ਕੈਬਨਿਟ ਚੁਣ ਲਈ ਸਰਕਾਰ ਨੇ ਕੰਮਕਾਰ ਸ਼ੁਰੂ ਕਰ ਦਿੱਤਾ। ਹਾਲਾਂਕਿ ਕੈਬਨਿਟ ਦੇ ਵਿੱਚ ਵੀ ਇੱਕ ਜਿਹੜਾ ਵਿਸਤਾਰ ਹੋਣਾ ਬਾਕੀ ਆ, 18 ਮੈਂਬਰੀ ਹੋਣੀ ਚਾਹੀਦੀ ਆ, ਤੇ ਉਹ ਹਾਲੇ ਤੱਕ 11 ਹੈ। ਇਹ ਨਿੱਜੀ ਤੌਰ 'ਤੇ ਬਿਲਕੁਲ ਸਾਫ਼ ਤੌਰ 'ਤੇ ਮੁੱਖ ਮੰਤਰੀ ਦੀ ਆਪਣੀ ਇੱਛਾ ਹੈ ਕਿ ਉਹ ਕਦੋਂ ਵਧਾਉਂਦੇ ਨੇ। ਹਾਂ, 18 ਤੋਂ ਵੱਧ ਨਹੀਂ ਕਰ ਸਕਦੇ, ਇਹ ਗੱਲ ਸੰਵਿਧਾਨ ਉਹਨਾਂ ਨੂੰ ਕਹਿੰਦਾ, ਪਰ ਉਹ ਪੂਰੀ ਕਦੋਂ ਕਰਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਇੰਨੇ ਕੁ ਨਾਲ ਹੀ ਕੰਮ ਚੱਲੀ ਜਾਵੇਗਾ, ਇਹ ਉਹਨਾਂ ਦੇ ਉੱਤੇ ਹੈ। ਗੱਲ ਤੁਸੀਂ ਕਰਦੇ ਆ ਕੱਲ੍ਹ ਜਿਹੜੀ ਵਿਧਾਇਕਾਂ ਨਾਲ ਉਹਨਾਂ ਨੇ ਮਿਲਣ ਦੀ ਇੱਕ ਗੱਲਬਾਤ ਸ਼ੁਰੂ ਕੀਤੀ। ਸਾਰੇ ਵਿਧਾਇਕ ਨਹੀਂ ਸਨ, ਸਿਰਫ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਜਿਹੜਾ ਹੈ ਉੱਥੋਂ ਦੇ ਵਿਧਾਇਕ ਸੱਦੇ ਗਏ ਸਨ। ਆਸ ਕਰਦੇ ਹਾਂ ਕਿ ਜਿਵੇਂ ਸਮਾਂ ਮਿਲੇਗਾ ਆਉਣ ਵਾਲੇ ਦਿਨਾਂ 'ਚ ਉਹ ਸਾਰੇ ਵਿਧਾਇਕਾਂ ਨੂੰ ਮਿਲਣਗੇ। ਸਵਲੀਨ ਜੀ, ਇੱਕ ਚੰਗੀ ਪਹਿਲ ਹੈ ਕਿ 117 ਹਲਕਿਆਂ ਦੇ ਵਿੱਚ ਵੰਡੀ ਹੋਈ ਸਟੇਟ ਹੈ। 117 ਹਲਕਿਆਂ ਨੂੰ, ਹਰ ਹਲਕੇ ਦੀ ਨੁਮਾਇੰਦਗੀ ਜਿਹੜੀ ਆ ਉਹ ਇੱਕ ਵਿਧਾਇਕ ਕਰਦਾ, ਤੇ ਇਹ ਜ਼ਰੂਰੀ ਹੈ ਕਿ ਮੁੱਖ ਮੰਤਰੀ ਇਹਨਾਂ ਵਿਧਾਇਕਾਂ ਨੂੰ ਮਿਲਦੇ ਰਹਿਣ। ਜੇ ਉਹ ਲੋਕ ਸਭਾ ਹਲਕਿਆਂ ਵਾਈਜ਼ ਹੀ ਮਿਲਣੇ ਨੇ, ਤੇ ਭਵਿੱਖ ਵਿੱਚ ਆਸ ਕਰਦੇ ਹਾਂ ਕਿ ਉਹ ਜਿਹੜੀ ਹੋਰ ਪਾਰਟੀਆਂ ਦੇ MLA ਵੀ ਜਿੱਤੇ ਨੇ ਉਹਨਾਂ ਨੂੰ ਵੀ ਬੁਲਾਉਣਗੇ, ਕਿਉਂਕਿ ਹਲਕਿਆਂ ਦੀ ਨੁਮਾਇੰਦਗੀ ਉਹ ਵੀ ਉਹਨਾਂ ਦੇ ਵੀ ਲੋਕ ਕਰਦੇ ਨੇ, ਜਿਹੜੇ ਸਰਕਾਰ ਬੇਸ਼ੱਕ ਨਹੀਂ ਬਣਾ ਸਕੇ, ਪਰ ਕਿਸੇ ਹਲਕੇ ਦੇ ਲੋਕਾਂ ਨੇ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਾ ਦੇ ਕੇ ਕਿਸੇ ਹੋਰ ਪਾਰਟੀ ਦੇ ਵਿਧਾਇਕ ਨੂੰ ਦਿੱਤਾ ਹੈ। ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਬਹੁਜਨ ਸਮਾਜ ਪਾਰਟੀ ਹੈ, ਚਾਹੇ ਉਹ ਕੋਈ ਜਿਹੜੇ ਨੇ ਆਜ਼ਾਦ ਤੌਰ 'ਤੇ ਜਿੱਤੇ ਨੇ, ਤੇ ਜਾਂ ਫਿਰ ਕਾਂਗਰਸ ਦੇ 18-19 ਵਿਧਾਇਕ ਨੇ। ਕੱਲ੍ਹ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਂ ਗੱਲਬਾਤ ਕੀਤੀ, ਅਸੀਂ ਤੇ ਉੱਥੇ ਨਹੀਂ ਸੀ ਤੇ ਨਾ ਹੀ ਕੋਈ ਸਿੱਧੀ ਜਾਣਕਾਰੀ ਸਾਹਮਣੇ ਆਈ ਆ, ਪਰ ਫਿਰ ਵੀ ਜਿੱਦਾਂ ਤੁਸੀਂ ਅਕਸਰ ਕਹਿ ਦਿੰਦੇ ਆ ਕਿ ਸੂਤਰ ਦੱਸਦੇ ਨੇ ਕਿ ਉੱਥੇ ਜਿਹੜੀਆਂ ਗੱਲਾਂ ਹੋਈਆਂ ਉਹ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜੀਆਂ ਆ ਉਹ ਖੁੱਲ੍ਹ ਕੇ ਗੱਲਬਾਤ ਜਿਹੜੀ ਉਹ ਹੋਈ। ਤੇ ਵਿਧਾਇਕਾਂ ਨੇ ਜਿਹੜਾ ਇੱਕ ਮਤ ਸੀ ਉਹ ਇਸ ਗੱਲ ਨੂੰ ਲੈ ਕੇ ਸੀ ਕਿ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਆ ਉਹਨੂੰ ਬਦਲ ਦਿੱਤਾ ਜਾਵੇ, ਸਮੇਤ SHO ਸਾਰੇ ਦੇ ਥਾਣਿਆਂ ਦਾ ਜਿਹੜਾ ਸਟਾਫ ਆ ਉਹ ਬਦਲਿਆ ਜਾਵੇ। ਅਸੀਂ ਜਾਣਦੇ ਹਾਂ ਕਿ ਵਿਧਾਇਕਾਂ ਦਾ ਬਹੁਤ ਵਾਹ ਜਿਹੜਾ ਆ ਉਹ ਲਾਅ ਐਂਡ ਆਰਡਰ ਨਾਲ ਹੀ ਰਹਿ ਜਾਂਦਾ, ਕਿਉਂਕਿ ਲੋਕ ਸਮੱਸਿਆਵਾਂ ਲੈ ਕੇ ਆਉਂਦੇ ਨੇ ਕਿ ਸਾਡੀ ਆਹ ਸਮੱਸਿਆ ਹੈ, ਆਹ ਗੱਲਬਾਤ ਹੋ ਗਈ, ਇੱਥੇ ਚਲਾਨ ਕੱਟਿਆ ਗਿਆ ਜਾਂ ਇੱਥੇ ਪਰਚਾ ਦਰਜ ਹੋ ਗਿਆ, ਚਾਹੇ ਉਹ ਪਿੰਡਾਂ ਦੀਆਂ ਕੋਈ ਲੜਾਈਆਂ ਝਗੜੇ ਹੋਣ, ਚਾਹੇ ਕੁਝ ਹੋਰ ਸਮੱਸਿਆਵਾਂ ਹੋਣ, ਜਾਂ ਫਿਰ ਟ੍ਰੈਫਿਕ ਦੀਆਂ ਸਮੱਸਿਆਵਾਂ ਹੋਣ, ਤੇ ਜਾਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਨੂੰ ਲੈ ਕੇ ਹੈ ਉਹ ਨਸ਼ੇ ਦੀ ਸਮੱਸਿਆ ਹੋਵੇ। ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਆ ਉਹ ਢਿੱਲ ਮੱਠ ਕਈ ਵਾਰ ਦੇਖਣ ਨੂੰ ਮਿਲਦੀ ਆ। ਹੁਣ ਇਹ ਇੱਕ ਸਵਾਲ ਖੜਾ ਹੁੰਦਾ ਆ ਪੰਜਾਬ ਸਰਕਾਰ ਤੇ ਨਾਲ ਦੀ ਨਾਲ ਉਹਨਾਂ ਵਿਧਾਇਕਾਂ ਦੀਆਂ ਜਿਹੜੀਆਂ ਸ਼ਿਕਾਇਤ ਹੈ ਮੁੱਖ ਮੰਤਰੀ ਸਾਹਿਬ ਨੂੰ, ਜਾਂ ਜਿਹੜਾ ਉਹਨਾਂ ਨੇ ਆਪਣਾ ਦੁੱਖ ਜਾਂ ਆਪਣੀ ਸਮੱਸਿਆ ਦੱਸੀ ਆ 1 ਮਹੀਨੇ ਦੇ ਵਿੱਚ ਆਪਣੇ ਹਲਕੇ 'ਚ ਵਿਚਰਨ ਤੋਂ ਬਾਅਦ, ਕਿ ਕੀ ਪੰਜਾਬ ਸਰਕਾਰ ਇਹਨਾਂ ਥਾਣਿਆਂ ਦੇ ਮੁਲਾਜ਼ਮਾਂ ਨੂੰ ਬਦਲੇਗੀ? ਜੇ ਸਾਰੇ ਦੇ ਸਾਰੇ ਬਦਲਦੇ ਨੇ ਤਾਂ ਉਹ ਕਿੱਥੇ ਜਾਣਗੇ ਤੇ ਕਿੱਥੋਂ ਨਵੇਂ ਆਉਣਗੇ? ਕਿਉਂਕਿ ਪੁਲਿਸ ਤੇ ਉਹੀ ਆ। ਪਰ ਅਸੀਂ ਜਾਣਦੇ ਹਾਂ ਕਿ ਬੀਤੇ ਦੇ ਵਿੱਚ ਅਸੀਂ ਕਈ ਵਾਰ ਕਈ ਵੱਡੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਜੇਕਰ ਮੁੱਖ ਮੰਤਰੀ, DGP ਤੇ ਚੀਫ ਸੈਕਟਰੀ ਤੇ ਹੋਰ ਕੁਝ ਲੋਕ ਚੰਗੇ ਮਿਲ ਕੇ ਇਹੋ ਜਿਹਾ ਤਹਈਆ ਕਰਨ ਤੇ ਚੰਗੇ ਲੋਕਾਂ ਦੀ ਇੱਕ ਟੀਮ ਬਣਾਈ ਜਾਵੇ, ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਚੰਗਾ ਮਾਹੌਲ ਸਿਰਜਦੇ ਹੋ ਤੇ ਲੋਕ ਜਿਹੜੇ ਨੇ ਉਹ ਕੁਝ ਹੱਦ ਤੱਕ ਠੀਕ ਹੋ ਜਾਂਦੇ ਨੇ, ਤੇ ਜੇਕਰ ਕੋਈ ਬਹੁਤ ਨਾ ਠੀਕ ਹੋਵੇ ਤੇ ਉਹਨੂੰ ਤੁਸੀਂ ਕਿਸੇ ਥੋੜ੍ਹੀ ਬਹੁਤ ਸਜ਼ਾ ਨਾਲ ਜਾਂ ਤੰਗੀ ਤੁਰਸ਼ੀ ਦੇ ਨਾਲ ਉਹਨੂੰ ਠੀਕ ਕਰ ਵੀ ਸਕਦੇ ਹੋ। ਸੋ ਇਹੋ ਜਿਹੀਆਂ ਜਿਹੜੀ ਵੱਡੀ ਸਮੱਸਿਆ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਆਈ। ਹੋਰ ਉੱਥੇ ਸਮੱਸਿਆਵਾਂ ਇਹ ਆਈਆਂ ਕਿ ਉਹਨਾਂ ਜਿਹੜੇ MLAs ਨੇ ਜਿਹੜੇ ਮਿਲੇ, ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਆਫਿਸਰਸ ਨੇ ਹੋਰ ਵਿਭਾਗਾਂ ਦੇ, ਤੇ ਨਾਲ ਦੀ ਨਾਲ ਜਿਹੜੇ ਇਹਨਾਂ ਤੋਂ ਪਹਿਲਾਂ ਵਿਧਾਇਕ ਰਹੇ ਜਾਂ ਪੋਲੀਟੀਸ਼ੀਅਨਸ ਰਹੇ, ਉਹਨਾਂ ਨੇ ਜਿਹੜੀ ਲੁੱਟ ਖਸੁੱਟ ਕੀਤੀ ਆ ਉਹਦੇ ਸੰਬੰਧੀ ਕੁਝ ਜਿਹੜੀਆਂ ਆ ਰਿਪੋਰਟਾਂ, ਫਾਈਲਾਂ ਜਾਂ ਜੋ ਕੁਝ ਉਹ ਇੰਨੇ ਸਮੇਂ ਦੇ ਵਿੱਚ ਕਰ ਸਕੇ, ਜੋ ਉਹਨਾਂ ਨੂੰ ਲੱਗਿਆ, ਉਹ ਵੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੀਆਂ ਉਹ ਚੀਜ਼ਾਂ ਸੌਂਪੀਆਂ।
ਅਸੀਂ ਦੇਖਦੇ ਹਾਂ ਕਿ ਸੂਬੇ ਦੀ ਸਿਆਸਤ ਜਿਹੜੀ ਆ ਉਹ ਕਿਸੇ ਹੋਰ ਪਾਸੇ ਨੂੰ ਮੋੜ ਲੈ ਰਹੀ ਆ। ਬੀਤੇ ਦਿਨਾਂ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਕਰਜ਼ੇ ਦੀ ਗੱਲ ਕੀਤੀ, ਕਰਜ਼ਾ ਕਿੱਥੋਂ ਆਇਆ ਤੇ ਕਰਜ਼ਾ ਕਿੱਥੇ ਗਿਆ ਉਹ ਵੀ ਗੱਲ ਕੀਤੀ। ਤੇ ਜੇਕਰ ਹੁਣ ਇਹ ਵਿਧਾਇਕ ਵੀ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਹੀ ਗੱਲਾਂ ਦਾ ਜ਼ਿਕਰ ਕਰਦੇ ਨੇ ਕਿ ਹਲਕੇ ਦੇ ਵਿੱਚ ਕਿਹੜੇ-ਕਿਹੜੇ ਅਫਸਰ ਨੇ ਕੀ ਕੀਤਾ, ਕਿਹੋ ਜਿਹੀ ਸਾਧਨਾਂ ਦੀ ਜਿਹੜੀ ਲੁੱਟ ਹੋਈ ਆ, ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਉਂਦਾ। ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਧਿਆਨ ਕੇਂਦਰਿਤ ਕਰੇ ਤੇ ਸਾਨੂੰ ਕੁਝ ਨਵੀਆਂ ਗਤੀਵਿਧੀਆਂ ਜਿਹੜੀਆਂ ਆ ਉਹ ਦੇਖਣ ਨੂੰ ਮਿਲਣ। ਇਹਦੇ ਨਾਲ ਦੀ ਨਾਲ ਇੱਕ ਗੱਲ ਜੁੜਦੀ ਇਹ ਵੀ ਆ ਕਿ ਪੰਚਾਇਤ ਮੰਤਰੀ ਨੇ ਵੀ ਕੱਲ੍ਹ ਇੱਕ ਮੀਟਿੰਗ ਬੁਲਾਈ ਸੀ ਤੇ ਇੱਕ ਮੀਟਿੰਗ ਹੋਰ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੱਦ ਲਈ ਆ, ਜਿਹਦੇ ਵਿੱਚ ਸਵਲੀਨ ਜੀ ਅਸੀਂ ਕੁਝ ਦਿਨ ਪਹਿਲਾਂ ਆਪਣੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀਗਾ ਕਿ ਸਿਰਫ ਔਰ ਸਿਰਫ ਜਲੰਧਰ ਡਿਵੀਜ਼ਨ ਦੇ ਅੰਦਰ ਜਿਹੜੇ ਜ਼ਿਲ੍ਹੇ ਆ ਉੱਥੇ ਹੀ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਉਹ ਸਰਕਾਰੀ ਜ਼ਮੀਨ ਜਿਹੜੀ ਆ ਜਾਂ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਆਮ ਲੋਕਾਂ ਦੇ ਕਬਜ਼ੇ ਥੱਲੇ ਆ। ਉਹਨੂੰ ਛਡਾਉਣ ਲਈ ਵੀ ਉਹਨਾਂ ਨੇ ਜਿਹੜੀ ਆ ਇੱਕ ਮੀਟਿੰਗ ਸੱਦੀ ਆ, ਜਿਹਦੇ 'ਚ ਅਧਿਕਾਰੀਆਂ ਨੂੰ ਬੁਲਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਲਈ ਵੀ ਜਿਹੜਾ ਤੁਸੀਂ ਸ਼ਬਦ ਵਰਤਦੇ ਆ ਕਿ ਸਿਰ ਜੋੜਨ ਦੀ ਜਿਹੜੀ ਆ ਉਹ ਕਵਾਇਦ ਸ਼ੁਰੂ ਕਰਨਗੇ। ਸੋਚਿਆ ਜਾਵੇਗਾ ਕਿ ਕੋਰਟ ਜਿਹੜੇ ਆ ਉਹਨਾਂ ਦੇ ਆਰਡਰ ਕੀ ਨੇ, ਮਾਣਯੋਗ ਸੁਪਰੀਮ ਕੋਰਟ ਨੇ ਇਹਨਾਂ ਜ਼ਮੀਨਾਂ ਨੂੰ ਖਾਲੀ ਕਰਾਉਣ ਲਈ ਕਿਹੜੇ-ਕਿਹੜੇ ਅਧਿਕਾਰ ਸਰਕਾਰਾਂ ਨੂੰ ਦਿੱਤੇ ਨੇ ਤੇ ਉਹ ਜ਼ਮੀਨਾਂ ਜਿਹੜੀਆਂ ਨੇ ਕਿਹਦੇ ਕੋਲ ਨੇ, ਕੌਣ ਇਹਨਾਂ ਨੂੰ ਛੱਡਦਾ ਹੈ। ਇੱਕ ਮੋਟਾ ਅੰਦਾਜ਼ਾ ਸੀਗਾ ਕਿ 50,000 ਤੋਂ ਵੀ ਵੱਧ ਜਿਹੜੀ ਏਕੜ ਜ਼ਮੀਨ ਆ, ਪਰ ਸਾਨੂੰ ਲੱਗਦਾ ਕਿ ਇਹ ਜਿਹੜੀ ਅੰਕੜੇ ਆ ਇਹ ਡਬਲ ਵੀ ਹੋ ਸਕਦੇ ਨੇ। ਤੋ ਜੇਕਰ ਲੱਖ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ, ਸਰਕਾਰੀ ਜ਼ਮੀਨ ਜਿਹੜੀ ਆ ਉਹ ਆਮ ਲੋਕਾਂ ਦੇ ਕਬਜ਼ੇ 'ਚ ਹੈ ਜਾਂ ਕੋਈ ਵੱਡੇ ਲੋਕਾਂ ਦੇ ਕਬਜ਼ੇ 'ਚ ਹੈ, ਚਾਹੇ ਉਹ ਸਿਆਸਤਦਾਨ ਨੇ, ਚਾਹੇ ਉਹ ਅਫਸਰਾਨ ਨੇ ਜਾਂ ਫਿਰ ਉਹ ਵੱਡੀਆਂ ਸਿਆਸੀ ਧਿਰਾਂ ਦੇ ਸ਼ਹਿ ਦੇ ਉੱਤੇ ਬੈਠੇ ਹੋਏ ਲੋਕ ਨੇ, ਜੇਕਰ ਅਜਿਹੇ ਰਿਸੋਰਸਿਸ ਦੇ ਉੱਤੇ ਕੰਮ ਕੀਤਾ ਜਾਵੇ ਤੇ ਜਿਸ ਚੀਜ਼ ਦੀ ਗੱਲ ਅਕਸਰ ਪੰਜਾਬ ਸਰਕਾਰ ਕਰਦੀ ਹੈ ਕਿ ਉਹ ਜਿਹੜੀਆਂ ਚੋਰ ਮੋਰੀਆਂ ਨੇ ਜਾਂ ਸਿਸਟਮ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਕੇ ਚੀਜ਼ਾਂ ਨੂੰ ਸਾਡੇ ਸਾਹਮਣੇ ਪਾਰਦਰਸ਼ੀ ਤਰੀਕੇ ਨਾਲ ਲਿਆਉਣਗੇ ਤੇ ਉਹਦੇ ਨਾਲ ਜਿਹੜਾ ਖਜ਼ਾਨੇ ਦੀਆਂ ਮੋਰੀਆਂ ਉਹ ਵੀ ਬੰਦ ਹੋਣਗੀਆਂ ਤੇ ਫਿਰ ਜਿਹੜੀਆਂ ਚੀਜ਼ਾਂ ਨੂੰ ਅਸੀਂ ਅਕਸਰ ਕਈ ਵਾਰ ਨਿੰਦਦੇ ਵੀ ਹਾਂ ਕਿ ਫ੍ਰੀ ਬੀਜ ਦੀ ਰਾਜਨੀਤੀ, ਉਹ ਵੀ ਉਹ ਚਲਾ ਸਕਣਗੇ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੀ ਹੋਵੇਗਾ। ਗੱਲ ਕਰ ਰਹੇ ਹਾਂ 92 ਸੀਟਾਂ ਜਿੱਤ ਕੇ ਸੱਤਾ ਤੇ ਆਉਣ ਵਾਲੀ ਆਮ ਆਦਮੀ ਪਾਰਟੀ ਦੀ। ਪਿਛਲੇ ਦਿਨ ਹੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਬਿਜਲੀ ਮਾਫ ਕਰ ਦੇਣੀ ਆ, ਭਾਵੇਂ ਕਿ ਜਨਰਲ ਕੈਟਾਗਰੀ ਦੇ ਲੋਕ ਜਿਹੜੇ ਨੇ ਬਹੁਤ ਔਖੇ ਨੇ ਕਿ ਭੇਦਭਾਵ ਕੀਤਾ ਗਿਆ। ਉਧਰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਕਹਿੰਦੇ ਨੇ ਵੀ ਜਿਹੜਾ 300 ਯੂਨਿਟ ਤੋਂ ਵੱਧ ਫੂਕ ਸਕਦਾ ਉਹ ਬਿੱਲ ਵੀ ਤਾਰ ਸਕਦਾ। ਖੈਰ ਅਸੀਂ ਗੱਲ ਕਰਦੇ ਹਾਂ ਕਿ 2 ਕਿਲੋਵਾਟ ਵਾਲਿਆਂ ਦਾ ਤੇ ਚਲੋ ਬਕਾਇਆ ਵੀ ਮਾਫ ਹੈ, 300 ਯੂਨਿਟ ਵੀ ਕਹਿੰਦੇ ਨੇ ਮਾਫ ਹੈ। ਤੇ ਹੁਣ ਜਿਹੜੇ ਆਪਣੇ ਭਗਵੰਤ ਸਿੰਘ ਮਾਨ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਭਾਵੇਂ ਕੋਈ ਅਦਾਰਾ ਸਰਕਾਰੀ ਹੈ ਤੇ ਭਾਵੇਂ ਗੈਰ ਸਰਕਾਰੀ, ਉਹਨਾਂ ਦੇ ਜਿਹੜੇ ਬਕਾਏ ਆ ਉਹ ਚੈੱਕ ਕੀਤੇ ਜਾਣਗੇ, ਰਿਕਵਰੀ ਕੀਤੀ ਜਾਊਗੀ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਬਿਜਲੀ ਮੰਤਰੀ ਨੇ ਕਿਹਾ ਕਿ ਜੇ ਤੁਸੀਂ 300 ਯੂਨਿਟ ਬਾਲ ਸਕਦੇ ਆ ਤੇ ਉਹਦਾ ਬਿੱਲ ਵੀ ਤਾਂ ਕਰ ਸਕਦੇ ਆ। ਇਹ ਗੱਲ ਠੀਕ ਹੈ, ਪਰ ਉਹਦੇ ਨਾਲ ਇੱਕ ਭੇਦਭਾਵ ਜਿਹੜਾ ਆ ਸਮਾਜ ਦੇ ਵਿੱਚ ਬਿਲਕੁਲ ਦੇਖਣ ਨੂੰ ਮਿਲਦਾ। ਜੇਕਰ ਅਸੀਂ ਆਪਣੀ ਨਿੱਜੀ ਰਾਏ ਦੀ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਫ੍ਰੀ ਬੀਜ ਚਾਹੁੰਦੇ ਨੇ ਜਾਂ ਫ੍ਰੀ ਦੀ ਬਿਜਲੀ ਚਾਹੁੰਦੇ ਨੇ ਜਾਂ ਫਿਰ ਉਹ ਫ੍ਰੀ ਦੀਆਂ ਕੋਈ ਹੋਰ ਸਹੂਲਤਾਂ ਚਾਹੁੰਦੇ ਨੇ। ਜੇਕਰ ਮੈਂ ਪੰਜਾਬ ਦੀ ਗੱਲ ਕਰਾਂ, ਜੇ ਪੰਜਾਬ ਦੀ ਕਿਸਾਨੀ ਹਾਲਾਤਾਂ ਦੀ ਵੀ ਗੱਲ ਕਰਾਂ, ਜੇਕਰ ਸਵਾਮੀਨਾਥਨ ਰਿਪੋਰਟ ਦੀ ਗੱਲ ਕਰੀਏ, ਜੇਕਰ ਅਸੀਂ ਜਦੋਂ ਇਸ ਸਮੱਸਿਆ ਦੇ ਮੁੱਢ 'ਚ ਚਲੇ ਜਾਈਏ ਕਿ ਕਿਸਾਨ ਜਿਹੜੀ ਵੀ ਉਪਜ ਪੈਦਾ ਕਰਦਾ, ਜੇਕਰ ਉਹਦੀ ਕੀਮਤ ਉਹਦੀ ਲਾਗਤ ਦੇ ਨਾਲ ਉਹਦਾ ਇੱਕ 20% ਜਾਂ 25% ਪ੍ਰੋਫਿਟ ਜੋੜ ਕੇ, ਕੈਪੀਟਲ ਦੇ ਉੱਤੇ ਇੰਟਰਸਟ ਜੋੜ ਕੇ ਉਹਨੂੰ ਉਹਨਾਂ ਇੱਕ ਪੈਸੇ ਉਹਦੀ ਕਮਾਈ ਦੇ ਵਿੱਚੋਂ ਉਹਦੀ ਮਿਹਨਤ ਦੀ ਜਿਹੜੀ ਫਸਲ ਹੈ ਉਹਦੇ ਤੋਂ ਮਿਲ ਜਾਣ, ਤੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਨੂੰ ਵੀ ਫ੍ਰੀ ਬਿਜਲੀ ਦੀ ਲੋੜ ਹੈ। ਪਰ ਕਿਉਂਕਿ ਸਰਕਾਰਾਂ ਚਾਹੇ ਉਹ ਕੇਂਦਰ ਦੀਆਂ ਨੇ ਤੇ ਚਾਹੇ ਉਹ ਸਟੇਟ ਦੀਆਂ ਨੇ, ਉਹ ਕਿਸਾਨੀ ਵਾਲਾ ਮਸਲਾ ਹੱਲ ਨਹੀਂ ਕਰ ਸਕਦੀਆਂ ਤੇ ਇਸ ਕਰਕੇ ਉਹ ਫਿਰ ਉਹਨਾਂ ਨੂੰ ਇੱਕ ਵਰਾਉਣ ਲਈ ਇੱਦਾਂ ਕਹਿ ਲਓ ਜਾਂ ਬੱਚੇ ਨੂੰ ਲੋਲੀਪੌਪ ਦੇਣ ਵਾਲੀ ਜਿਹੜੀ ਚੀਜ਼ ਹੈ ਉਹ ਫ੍ਰੀ ਬਿਜਲੀ ਦੇ ਦਿੱਤੀ ਜਾਂਦੀ ਹੈ। ਹਾਲਾਂਕਿ ਉਹਦਾ ਨੁਕਸਾਨ ਕਿਸਾਨੀ ਨੂੰ ਵੀ ਓਨਾ ਹੀ ਹੁੰਦਾ, ਸਟੇਟ ਦੇ ਰਿਸੋਰਸਿਸ ਦਾ ਵੀ ਓਨਾ ਹੀ ਹੁੰਦਾ, ਕੁਦਰਤੀ ਸਾਧਨਾਂ ਦਾ ਵੀ ਓਨਾ ਹੀ ਹੁੰਦਾ ਤੇ ਅੰਤ ਨੂੰ ਸਟੇਟ ਦਾ ਵੀ ਓਨਾ ਹੀ ਹੁੰਦਾ। ਅਸੀਂ ਝੋਨੇ ਦੀ ਗੱਲ ਕਰਦੇ ਹਾਂ ਬੀਤੇ ਦਿਨਾਂ 'ਚ ਗੱਲ ਕੀਤੀ ਸੀ ਕਿ ਜਿਹੜੀਆਂ ਭਾਰਤ ਸਰਕਾਰ ਦੀਆਂ ਕੁਝ ਏਜੰਸੀਜ਼ ਨੇ ਉਹਨਾਂ ਨੇ ਤਾਂ ਇਹ ਵੀ ਸਲਾਹ ਦਿੱਤੀ ਆ ਕਿ ਝੋਨਾ ਨਾ ਲਾਉਣ ਦੀ ਸ਼ਰਤ 'ਤੇ ਜੇ ਜੂਨ ਤੋਂ ਲੈ ਕੇ ਅਗਸਤ ਤੱਕ ਕੋਈ ਲੋਕ ਇਹਨਾਂ ਖੇਤਾਂ ਨੂੰ ਵਿਹਲੇ ਰੱਖ ਲੈਣ, ਖਾਲੀ ਰੱਖ ਲੈਣ ਤੇ ਉਹਨਾਂ ਨੂੰ ਨਕਦ ਰਾਸ਼ੀ ਵੈਸੇ ਹੀ ਦੇ ਦਿੱਤੀ ਜਾਵੇ। ਤੇ ਉਹਨਾਂ ਮਾਹਰਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਰਾਸ਼ੀ ਦੇ ਨਾਲ ਜਿਹੜਾ ਨੁਕਸਾਨ ਘੱਟ ਹੋਵੇਗਾ, ਝੋਨਾ ਲਾਉਣ ਦੇ ਨਾਲ ਨੁਕਸਾਨ ਜਿਹੜਾ ਆ ਉਹ ਜ਼ਿਆਦਾ ਹੁੰਦਾ। ਮੈਨੂੰ ਲੱਗਦਾ ਅਸੀਂ ਕਿਸੇ ਹੋਰ ਪਾਸੇ ਚਲੇ ਗਏ ਗੱਲ ਕਰਦੇ। ਜਿਹੜੀ ਬਿਜਲੀ ਮੁਫਤ ਦੀ ਗੱਲ ਸੀ ਉਹਦੇ ਨਾਲ ਇਹ ਗੱਲ ਜ਼ਰੂਰ ਜਿਹੜੀ ਆ ਲੋਕਾਂ ਦੇ ਵਿੱਚ ਇੱਕ ਭੇਦ ਜਿਹਾ ਬਣਿਆ, ਇੱਕ ਵਰਤਾਰੇ ਦੇ ਵਿੱਚ ਡਿਫਰੈਂਸਿਸ ਜ਼ਰੂਰ ਆਏ ਨੇ ਕਿ ਕੁਝ ਖਾਸ ਜਾਤੀ ਦੇ ਲੋਕਾਂ ਲਈ ਜਾਂ ਖਾਸ ਵਰਗ ਦੇ ਲੋਕਾਂ ਲਈ ਉਹ ਜਿਹੜੀ ਆ ਗੱਲ ਉਹ 300 ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ। ਜੇਕਰ ਉਹ 300 ਤੋਂ ਵੱਧ ਬਿਜਲੀ ਜਿਹੜੀ ਆ ਖਪਤ ਕਰਦੇ ਨੇ
ਤੇ ਜਨਰਲ ਕੈਟਾਗਰੀਜ਼ ਲਈ ਉਹ ਜਿਹੜੀ ਗਿਣਤੀ ਆ ਫਿਰ ਜੇਕਰ ਉਹ 300 ਤੋਂ ਵੱਧ ਕਰਦੇ ਨੇ ਤਾਂ 1 ਤੋਂ ਸ਼ੁਰੂ ਹੋਵੇਗੀ। ਉਹ ਵਰਤਾਰਾ ਥੋੜਾ ਜਿਹਾ ਅਟਪਟਾ ਜ਼ਰੂਰ ਆ, ਪਰ ਜਿਹੜਾ ਅੱਜ ਦਾ ਉਹਨਾਂ ਦਾ ਇੱਕ ਨਿਰਦੇਸ਼ ਆ ਜਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਭਗਵੰਤ ਮਾਨ ਜੀ ਨੇ, ਉਹ ਬੜੀ ਚੰਗੀ ਆ ਸਵਲੀਨ ਜੀ। ਮੈਨੂੰ ਇੱਕ ਘਟਨਾ ਯਾਦ ਆਉਂਦੀ ਆ ਪਟਿਆਲੇ ਦੀ ਕੁਝ ਸਾਲ ਪਹਿਲਾਂ ਦੀ। ਕੋਈ ਨਵੀਂ ਲੇਡੀ ਆਫੀਸਰ ਆਏ ਪੁਲਿਸ ਵਾਲੇ, ਤੇ ਉਹਨਾਂ ਨੇ ਇੱਕ ਚੌਂਕ 'ਚ ਖੜੇ ਸੀ ਉਹ, ਤੇ ਉੱਥੇ ਇੱਕ ਕਾਰ ਲੰਘ ਰਹੀ ਸੀ ਤੇ ਉਹਨਾਂ ਨੇ ਉਹਦਾ ਚਲਾਨ ਕੱਟ ਦਿੱਤਾ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਦੇ ਵਿੱਚ ਜਿਹੜੀ ਔਰਤ ਬੈਠੀ ਆ ਤੇ ਜਿਹੜਾ ਡਰਾਈਵਰ ਆ ਉਹ ਬਿਜਲੀ ਬੋਰਡ ਦੇ ਵੱਡੇ ਅਧਿਕਾਰੀ ਦੀ ਪਤਨੀ ਆ। ਤੇ ਉਹ ਬੀਬੀ ਜਦੋਂ ਘਰ ਪਹੁੰਚੀ ਤੇ ਉਹਨੇ ਜ਼ਾਹਿਰ ਤੌਰ ਤੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਵੀ ਕਾਹਦਾ ਤੂੰ ਅਫਸਰ ਆ, ਤੇਰੀ ਗੱਡੀ ਤੇ ਬੱਤੀ ਵੀ ਲੱਗੀ ਸੀ ਤੇ ਤੇਰੀ ਤੇ ਗੱਡੀ ਦਾ ਚਲਾਨ ਕੱਟਤਾ ਕਿਸੇ ਅਫਸਰ ਨੇ। ਉਹ ਕਰਦਿਆਂ ਕਰਾਉਂਦਿਆਂ ਮਸਲਾ ਇਹ ਹੋਇਆ ਕਿ ਜ਼ਿਲ੍ਹੇ ਦੇ ਸਾਰੇ ਹੀ ਜਿਹੜੇ ਪੁਲਿਸ ਸਟੇਸ਼ਨ ਸੀ ਜਾਂ ਪੁਲਿਸ ਦੇ ਦਫ਼ਤਰ ਸੀ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਗਏ। ਤੇ 2 ਦਿਨ ਬਾਅਦ ਉਹ ਜਿਹੜਾ ਮਸਲਾ ਸੀ ਬਹੁਤ ਵੱਡੇ ਅਫਸਰਾਂ ਨੇ ਸਿਰ ਜੋੜ ਕੇ ਤੇ ਉਹ ਮਾਫੀਨਾਮਾ ਮੰਗਾ ਕੇ ਤੇ ਹੱਲ ਕੀਤਾ। ਹੁਣ ਭਗਵੰਤ ਮਾਨ ਸਾਹਿਬ ਨੇ ਤੇ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੇ ਸਾਰੇ ਹੀ ਸਰਕਾਰੀ, ਗੈਰ ਸਰਕਾਰੀ ਤੇ ਨਿੱਜੀ ਜਿਨ੍ਹਾਂ ਦੇ ਵੀ ਬਿੱਲ ਪੈਂਡਿੰਗ ਨੇ ਉਹਨਾਂ ਦੀ ਜਿਹੜੀ ਆ ਰਿਪੋਰਟ 3 ਦਿਨਾਂ ਦੇ ਵਿੱਚ ਸਾਡੇ ਸਾਹਮਣੇ ਲਿਆਂਦੀ ਜਾਵੇ। ਮੈਨੂੰ ਇਹ ਗੱਲ ਬਿਲਕੁਲ ਯਕੀਨ ਨਾਲ ਮੈਂ ਕਹਿ ਸਕਦਾ ਕਿ ਜਦੋਂ ਉਹ ਰਿਪੋਰਟ ਉਹਨਾਂ ਦੇ ਟੇਬਲ ਤੇ ਆਵੇਗੀ, ਜੇਕਰ ਉਹ ਇਹਨੂੰ ਆਪਣੀਆਂ ਅੱਖਾਂ ਨਾਲ ਆਪ ਦੇਖਣਗੇ ਤੇ ਉਹ ਇੱਕ ਵਾਰ ਹੈਰਾਨ ਜ਼ਰੂਰ ਹੋਣਗੇ, ਕਿਉਂਕਿ ਸਾਡੇ ਕੋਲ ਇਹੋ ਜਿਹੇ ਅੰਕੜੇ ਕਈ ਵਾਰ ਅਸੀਂ ਦੇਖਦੇ ਹਾਂ, ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਵੀ ਇਹ ਸਾਹਮਣੇ ਆਉਂਦੇ ਨੇ ਕਿ 20% ਤੋਂ ਵਧੇਰੇ ਜਿਹੜੀ ਬਿਜਲੀ ਆ ਪੰਜਾਬ 'ਚ ਚੋਰੀ ਹੁੰਦੀ ਆ ਤੇ 20% ਦੇ ਕਰੀਬ ਹੀ ਜਿਹੜਾ ਟ੍ਰਾਂਜ਼ਿਟ ਲੋਸਟ ਆ ਉਹ ਰਸਤੇ ਦੇ ਵਿੱਚ ਜਿਹੜੀਆਂ ਮਾੜੇ ਪ੍ਰਬੰਧ ਕਰਕੇ ਉਹ ਖਰਾਬ ਹੋ ਜਾਂਦੀ ਆ। ਹੁਣ ਉਹਨਾਂ ਦੇ ਕੋਲੇ ਅੰਕੜੇ ਆਉਂਦੇ ਨੇ, ਉਹਨਾਂ ਦੇ ਉੱਤੇ ਕਿਹੋ ਜਿਹਾ ਵਿਵਹਾਰ ਕਰਦੇ ਨੇ, ਕਿੰਨੀ ਕੁ ਰਿਕਵਰੀ ਹੁੰਦੀ ਆ ਤੇ ਕਿਹੋ ਜਿਹੀ ਜਿਹੜੀ ਆ ਉਹ ਹਾਲਾਤ ਸਾਡੇ ਸਾਹਮਣੇ ਆਉਂਦੇ ਨੇ, ਫੈਕਟ ਐਂਡ ਫਿਗਰਸ ਸਾਹਮਣੇ ਆਉਂਦੇ ਨੇ, ਉਹ ਜਿਹੜਾ ਆ ਉਹ ਦੇਖਿਆ ਹੀ ਬਣੇਗਾ। ਪਰ ਇਸ ਮਸਲੇ ਨੂੰ ਜਦੋਂ ਤੁਸੀਂ ਵਿਚਾਰਦੇ ਆ ਸਵਲੀਨ ਜੀ, ਤੇ ਦੋਨੋਂ ਹੀ ਗੱਲਾਂ ਉਹਦੇ 'ਚ ਬਿਲਕੁਲ ਪਰਸਪਰ ਰੂਪ ਦੇ ਵਿੱਚ ਸੱਚ ਚੱਲਦੀਆਂ ਨੇ। ਇਹ ਕੰਮ ਮੁਸ਼ਕਿਲ ਵੀ ਬਹੁਤ ਹੈ ਤੇ ਜੇਕਰ ਸਰਕਾਰ ਤਹਈਆ ਕਰ ਲੈ ਤੇ ਕੁਝ ਵੀ ਮੁਸ਼ਕਿਲ ਨਹੀਂ ਹੈ। ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਚੱਲ ਰਹੀ ਭਗਵੰਤ ਮਾਨ ਸਰਕਾਰ ਦੀ। ਕੁਝ ਦਿਨ ਪਹਿਲਾਂ ਰੌਲਾ ਪੈ ਗਿਆ ਸੀ ਕਿ ਭਗਵੰਤ ਮਾਨ ਨੇ ਦਾਰੂ ਪੀਤੀ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ। ਫਿਰ ਬਲਦੇਵ ਸਿੰਘ ਨੇ ਕਿਹਾ ਵੀ ਨਹੀਂ ਪੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ 6 ਸਾਲਾਂ ਲਈ ਕੱਢ ਕੇ ਉਹ ਮਾਰਿਆ ਬਾਹਰ। ਤੇ ਉਧਰ ਆਮ ਆਦਮੀ ਪਾਰਟੀ ਨੇ ਵੀ ਆਪਣੇ 3 ਬੰਦੇ ਬਾਹਰ ਕੱਢਤੇ ਨੇ। ਕੀ ਹੈ ਜੀ ਪੂਰੀ ਕਹਾਣੀ? ਸਵਲੀਨ ਜੀ, ਅਸੀਂ ਬ੍ਰੇਕ ਤੇ ਚਲੇ ਗਏ। ਗੱਲ ਅਸੀਂ ਬਿਜਲੀ ਡਿਪਾਰਟਮੈਂਟ ਦੀ ਗੱਲ ਕਰਦੇ ਸੀ। ਉੱਥੇ ਇੱਕ ਛੋਟਾ ਜਿਹਾ ਹੋਰ ਨਿਰਦੇਸ਼ ਜਿਹੜਾ ਆ ਭਗਵੰਤ ਮਾਨ ਜੀ ਨੇ ਦਿੱਤਾ ਇਸ ਮਸਲੇ ਦੇ ਵਿੱਚ ਕਿ ਜੇਕਰ ਕਿਸੇ ਦੀ ਮੀਟਰ ਰੀਡਿੰਗ ਦੇ ਵਿੱਚ ਕੋਈ ਕੁਤਾਹੀ ਵਰਤੀ ਜਾਂਦੀ ਆ ਜਾਂ ਫਿਰ ਕਿਸੇ ਦੀ ਬਿੱਲ ਦੀ ਜਿਹੜੀ ਅਮਾਊਂਟ ਆ ਉਹ ਗਲਤ ਛਪ ਕੇ ਆ ਜਾਂਦੀ ਹੈ ਤੇ ਉਹਦੇ ਲਈ ਵਿਭਾਗ ਦੇ ਜਿਹੜੇ ਅਧਿਕਾਰੀ ਆ ਉਹ ਜ਼ਿੰਮੇਵਾਰ ਹੋਣਗੇ ਤੇ ਉਹਦੇ ਲਈ ਫਿਰ ਲੋਕਾਂ ਨੂੰ ਜਿਹੜਾ ਆ ਉਹ ਪਰੇਸ਼ਾਨ ਨਹੀਂ ਹੋਣਾ ਪਵੇਗਾ। ਦੇਖਣ ਲਈ ਬੜੀ ਛੋਟੀ ਜੀ ਗੱਲ ਲੱਗਦੀ ਆ, ਪਰ ਅਸੀਂ ਅਕਸਰ ਅਖਬਾਰਾਂ ਦੇ ਵਿੱਚ ਇਹੋ ਜਿਹੀਆਂ ਸੁਰਖੀਆਂ ਦੇਖਦੇ ਹਾਂ ਕਿ ਕਿਸੇ ਦਾ ਬਿੱਲ ਕਿੰਨੇ ਹਜ਼ਾਰ ਆ ਗਿਆ ਤੇ ਕਿਸੇ ਦਾ ਬਿੱਲ ਕਿੰਨੇ ਲੱਖ ਆ ਗਿਆ, ਜਦ ਕਿ ਅਸੀਂ ਫ੍ਰੀ ਵਾਲੇ ਜਿਹੜੇ ਕਸਟਮਰ ਨੇ, ਖਪਤਕਾਰ ਨੇ, ਜਿਨ੍ਹਾਂ ਦੇ ਬਿੱਲ 100 ਦੇ ਵਿੱਚ ਵੀ ਨਹੀਂ ਆਉਂਦੇ, ਉਹਨਾਂ ਦੇ ਬਿੱਲ ਵੀ ਕਈ ਵਾਰ ਲੱਖਾਂ 'ਚ ਦੇਖਦੇ ਹਾਂ। ਇੱਕ ਵਾਰ ਉਹ ਆ ਜਾਣ ਤੋਂ ਬਾਅਦ ਜਦੋਂ ਤੁਹਾਨੂੰ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਨੇ ਤੇ ਫਿਰ ਉੱਥੋਂ ਅਕਸਰ ਇਹ ਕਹਿ ਦਿੱਤਾ ਜਾਂਦਾ ਜੇਕਰ ਥੋੜ੍ਹੀ ਬਹੁਤੀ ਵੱਧ ਘੱਟ ਹੋਵੇ ਤੇ ਉਹ ਕਹਿੰਦੇ ਜੀ ਜਮ੍ਹਾਂ ਕਰਾ ਦਿਓ, ਅਗਲੀ ਵਾਰ ਐਡਜਸਟ ਕਰ ਲਾਂਗੇ। ਸੋ ਇਹ ਸਾਰੀਆਂ ਜਿਹੜੀਆਂ ਬੇਨਿਯਮੀਆਂ ਨੇ ਇਹ ਗੱਲੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਨਹੀਂ ਹੈਗੀਆਂ। ਜੇਕਰ ਤੁਸੀਂ ਕਿਤੇ ਜਨਮ ਦਾ ਰਜਿਸਟ੍ਰੇਸ਼ਨ ਕਰਵਾ ਦਿਓ ਤੇ ਅਕਸਰ ਹੀ ਜਿਹੜੇ ਬੱਚਿਆਂ ਦੇ ਨਾਮ ਨੇ ਜਾਂ ਪੇਰੈਂਟਸ ਦੇ ਨਾਮ ਹੈ ਜਿਹੜੇ ਗਲਤ ਕਰ ਦਿੱਤੇ ਜਾਂਦੇ ਨੇ। ਇਹ ਗੱਲਾਂ ਕਈ ਵਾਰ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਮੁੜ ਕੇ ਉਸ ਸਰਟੀਫਿਕੇਟ ਨੂੰ ਠੀਕ ਕਰਾਉਣਾ ਜਿਹੜਾ ਆ ਉਹ ਓਨਾ ਹੀ ਔਖਾ ਹੋ ਜਾਂਦਾ ਜਿੰਨਾ ਕਿ ਚੰਦ ਤੋਂ ਕੋਈ ਚੀਜ਼ ਲੈ ਕੇ ਆਉਣੀ। ਤੇ ਸਾਨੂੰ ਜਾਂ ਅਸੀਂ ਜਾਣਦੇ ਹਾਂ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਖੱਜਲ ਖਰਾਬੀ ਆ ਉਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ। ਪਰ ਜਿਸ ਤਰੀਕੇ ਦੇ ਨਾਲ ਹੁਣ ਸਰਕਾਰ ਨੇ ਇਹਨਾਂ ਛੋਟੀਆਂ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਤੇ ਰੋਜ਼ ਦੀ ਰੋਜ਼ ਇਹੋ ਜਿਹੇ ਜਿਹੜੇ ਨਿਰਦੇਸ਼ ਨੇ, ਇਹੋ ਜਿਹੇ ਹੁਕਮ ਨੇ, ਇਹੋ ਜਿਹੀਆਂ ਨੋਟੀਫਿਕੇਸ਼ਨ ਜਿਹੜੀਆਂ ਆਉਣ ਲੱਗੀਆਂ ਤੇ ਕੁਝ ਆਸ ਜਿਹੜੀ ਆ ਉਹ ਜ਼ਰੂਰ ਬਣਦੀ ਆ ਕਿ ਚੀਜ਼ਾਂ ਜਿਹੜੀਆਂ ਠੀਕ ਹੋਣਗੀਆਂ। ਗੁਸਤਾਖੀ ਸੀ ਥੋੜ੍ਹੀ ਜਿਹੀ ਤੁਹਾਡੇ ਸਵਾਲ ਤੋਂ ਪਹਿਲਾਂ, ਉਹ ਇੱਕ ਪਿਛਲੀ ਗੱਲ ਉਹਦੇ ਨਾਲ ਜੋੜਨੀ ਸੀ। ਤੁਸੀਂ ਗੱਲ ਕੀਤੀ ਬੀਤੇ ਦਿਨੀ ਜਿਸ ਦਿਨ ਭਗਵੰਤ ਮਾਨ ਸਾਹਿਬ ਇੱਕ ਗੁਰਦੁਆਰਾ ਸਾਹਿਬ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਬੇਦਕਰ ਜਯੰਤੀ ਮਨਾ ਕੇ ਉੱਥੇ ਗੱਲਬਾਤ ਕੀਤੀ ਸੀ ਆਪਣੀ। ਉਸ ਦਿਨ ਪੂਰਾ ਰੌਲਾ ਪੈ ਗਿਆ ਬੜਾ। ਵਿਰਸਾ ਸਿੰਘ ਵਲਟੋਹਾ ਨੇ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੋਈ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਇਸ ਚੀਜ਼ ਦਾ ਐਲਾਨ ਕਰ ਦਿੱਤਾ। SGPC ਤੋਂ ਮੰਗ ਕਰ ਲਈ ਗਈ, ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਇਸ ਗੱਲ ਦੀ ਮੰਗ ਕਰ ਲਈ ਗਈ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ, ਇਹ ਹੋਵੇ ਉਹ ਹੋਵੇ। ਸਾਰੇ ਹੀ ਲੀਡਰਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ। ਪਰ
1-2 ਦਿਨਾਂ ਦੇ ਅੰਦਰ ਅੰਦਰ ਹੀ ਜਿਹੜੀ ਸਥਿਤੀ ਸੀ ਉਹ ਪਲਟ ਗਈ, ਯੂ ਟਰਨ ਲੈਂਦੇ ਨਜ਼ਰ ਆਏ। ਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ SGPC ਮੈਂਬਰ ਸਨ, ਬਲਦੇਵ ਸਿੰਘ ਚੁੰਗਾ ਜਿਹੜੇ ਕਿ ਕਾਫੀ ਸੀਨੀਅਰ ਅਕਾਲੀ ਆਗੂ ਦੱਸੇ ਜਾਂਦੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੇ ਇਹ ਗੱਲ ਉਸੇ ਦਿਨ ਕਹੀ ਸੀ ਕਿ ਅਸੀਂ ਉਹਨਾਂ ਦਾ ਸਨਮਾਨ ਕੀਤਾ। ਉਹ ਉੱਥੇ ਆਏ ਸਨ, ਉਹਨਾਂ ਦੇ ਨਾਲ ਵਿਜੇ ਸਿੰਗਲਾ ਜਿਹੜੇ ਹੈਲਥ ਮਿਨਿਸਟਰ ਨੇ ਜਾਂ ਨਾਲ ਦੇ ਕੁਝ 1-2 MLAs ਤੇ ਇੱਕ ਹੋਰ ਮਿਨਿਸਟਰ ਵੀ ਨਾਲ ਸਨ। ਉਹਨਾਂ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਉੱਥੇ ਸਾਨੂੰ ਜਾਪੀ ਨਹੀਂ। ਤੁਸੀਂ ਯਕੀਨ ਕਰੋ ਕਿ ਜਿਸ ਦਿਨ ਇਹ ਬਿਆਨ ਉਹਨਾਂ ਦਾ ਆਇਆ ਸੀ ਉਸੇ ਦਿਨ ਇਸ ਗੱਲ ਦਾ ਰੌਲਾ ਪੈ ਗਿਆ ਸੀਗਾ ਕਿ ਇਹ ਜਿਹੜੇ SGPC ਮੈਂਬਰ ਨੇ ਇਹ ਪਾਰਟੀ ਤੋਂ ਬਾਹਰ ਹੋਣਗੇ ਜਾਂ ਇਹ ਆਪ ਚਲੇ ਜਾਣਗੇ ਜਾਂ ਇਹਨਾਂ ਨੂੰ ਸਰਕਾਰ ਕੱਢ ਦੇਵੇਗੀ। ਕਿਉਂਕਿ ਚਾਹੇ ਅਸੀਂ ਜਿੰਨਾ ਮਰਜ਼ੀ ਲੋਕਤੰਤਰ ਦੀ ਦੁਹਾਈ ਦਈਏ ਪਰ ਇੱਥੇ ਪਾਰਟੀ ਲਾਈਨ ਦੇ ਖਿਲਾਫ ਬੋਲਣ ਵਾਲੇ ਦਾ ਹਸ਼ਰ ਜਿਹੜਾ ਹੈ ਉਹ ਅਕਸਰ ਇਹੋ ਹੀ ਹੁੰਦਾ ਹੈ। ਅਸੀਂ ਕਾਂਗਰਸ ਦੀ ਜਦੋਂ ਗੱਲ ਕਰਦੇ ਹਾਂ G3 ਮੈਂਬਰਸ, G23 ਗਰੁੱਪ ਆ, G24 ਹੋ ਜਾਂਦਾ, ਉਹ ਜਦੋਂ ਵੀ ਸੋਨੀਆ ਗਾਂਧੀ ਦੇ ਖਿਲਾਫ ਬੋਲਦੇ ਨੇ ਜਾਂ ਪਾਰਟੀ ਦੇ ਵਿੱਚ ਜਿਹੜੀ ਹੈਗੀ ਆ ਪ੍ਰਧਾਨਗੀ ਜਾਂ ਹਾਈ ਕਮਾਂਡ ਨੂੰ ਬਦਲਣ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਹੋਰ ਬਹੁਤ ਸਾਰੇ ਲੋਕ ਅਜਿਹੀਆਂ ਗੱਲਾਂ ਕਰਦੇ ਨੇ। ਤੇ ਕੱਲ ਫਿਰ ਉਹੀ ਗੱਲ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਉਹਨਾਂ ਮੈਂਬਰ ਸਾਹਿਬ ਨੂੰ ਪਾਰਟੀ 'ਚੋਂ 6 ਸਾਲ ਲਈ ਬਾਹਰ ਕੱਢ ਦਿੱਤਾ ਗਿਆ। ਦੇਖੋ ਇਹ ਜਿਹੜੀ ਗੱਲ ਆ ਇਹਨੂੰ ਤੁਸੀਂ ਇੱਦਾਂ ਹੀ ਦੇਖ ਸਕਦੇ ਆ ਕਿ ਪਾਰਟੀ ਜਿਹੜੀ ਆ ਉਹ ਇਹਨਾਂ ਲੋਕਾਂ ਲਈ ਸੱਚ ਝੂਠ ਤੋਂ ਤੇ ਸਟੇਟ ਦੇ ਹਿੱਤਾਂ ਨਾਲੋਂ ਵੀ ਜਿਹੜੀ ਆ ਉਹ ਉੱਪਰ ਦੀ ਗੱਲ ਹੈ। ਜੇ ਜੋ ਪਾਰਟੀ ਕਹਿੰਦੀ ਆ ਉਹੀ ਤੁਸੀਂ ਕਹੋ ਤਾਂ ਫਿਰ ਠੀਕ ਹੈ। ਜੇਕਰ ਤੁਸੀਂ ਕੋਈ ਗੱਲ ਇੱਧਰ ਉੱਧਰ ਕਰਦੇ ਆ ਤੇ ਚਾਹੇ ਫਿਰ ਤੁਸੀਂ ਨਵਜੋਤ ਸਿੰਘ ਸਿੱਧੂ ਹੋਵੋ, ਚਾਹੇ ਤੁਸੀਂ ਬਲਦੇਵ ਸਿੰਘ ਚੁੰਗਾ ਹੋਵੋ ਤੇ ਚਾਹੇ ਤੁਸੀਂ ਕੋਈ ਹੋਰ ਹੋਵੋ, ਤੁਹਾਨੂੰ ਜਿਹੜਾ ਰਸਤਾ ਉਹ ਬਾਹਰ ਦਾ ਦਿਖਾ ਦਿੱਤਾ ਜਾਣਾ। ਬਿਲਕੁਲ ਤੁਹਾਡੇ ਅਗਲਾ ਜਿਹੜਾ ਇਸ ਸਵਾਲ ਦਾ ਹਿੱਸਾ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਬਣਾ ਲਈ ਪਰ ਕੱਲ ਮੈਂਬਰ 3 ਉਹਨਾਂ ਨੇ ਵੀ ਆਪਣੇ ਬਾਹਰ ਕੱਢਤੇ, ਜਿਹਦੇ 'ਚ ਯੂਥ ਦੇ ਪ੍ਰਧਾਨ ਸਨ ਤੇ ਨਾਲ 1-2 ਬਲਾਕ ਦੇ ਪ੍ਰਧਾਨ ਸਨ, ਰਾਜੀਵ ਉੱਪਲ, ਸਾਹਿਲ ਮੋਂਗਾ ਤੇ ਗੁਰਮੇਲ ਸਿੰਘ। ਇਹ ਮਲੋਟ ਤੋਂ ਜਿਹੜੇ ਮੈਂਬਰ ਵਿਧਾਨ ਸਭਾ ਬਣੇ ਨੇ ਬੀਬੀ ਬਲਜੀਤ ਕੌਰ ਡਾਕਟਰ, ਜਿਹੜੇ ਕਿ ਇਸਤਰੀ ਤੇ ਬੱਚਿਆਂ ਦੇ ਵਿਭਾਗ ਦੇ ਮੁਖੀ ਵੀ ਹਨ, ਆਪ ਵੀ ਉਹ ਡਾਕਟਰ ਨੇ। ਸਮਾਜ ਕਲਿਆਣ ਦਾ ਜਿਹੜਾ ਵਿਸ਼ਾ ਉਹਨਾਂ ਕੋਲ ਵੀ ਹੈ, ਮਾਈਨੋਰਟੀਜ਼ ਦਾ ਜਿਹੜਾ ਵਿਸ਼ਾ ਆ, ਘੱਟ ਗਿਣਤੀਆਂ ਦਾ ਜਿਹੜਾ ਮਹਿਕਮਾ ਆ ਪੰਜਾਬ ਸਰਕਾਰ ਦਾ, ਉਹ ਵੀ ਉਹਨਾਂ ਕੋਲ ਆ। ਉਹਨਾਂ ਦੇ ਘਰ ਦੇ ਬਾਹਰ ਇਹ ਲੋਕ ਐਤਵਾਰ ਦੁਪਹਿਰ ਤੋਂ ਧਰਨੇ ਤੇ ਸਨ ਕਿਉਂਕਿ ਉਹਨਾਂ ਦਾ ਦੋਸ਼ ਇਹ ਸੀ ਉਹਨਾਂ ਦਾ ਬੀਬੀ ਬਲਜੀਤ ਕੌਰ ਦੇ ਉੱਤੇ ਕਿ ਮੈਡਮ ਜਿਹੜੇ ਮੈਂਬਰ ਬਣ ਗਏ ਨੇ ਹੁਣ ਵਿਧਾਨ ਸਭਾ ਦੇ ਤੇ ਨਾਲੇ ਕੈਬਨਿਟ ਮੈਂਬਰ ਵੀ, ਉਹ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੇ PA ਵੀ ਸਾਡੀ ਗੱਲ ਨਹੀਂ ਸੁਣਦੇ। ਹਾਲਾਂਕਿ ਉਹਨਾਂ ਦੇ ਦੋਸ਼ ਜਿਹੜੇ ਨੇ ਉਹਨਾਂ ਨੂੰ ਮੰਨ ਲਿਆ ਗਿਆ, PA ਤਾਂ ਉਹਨਾਂ ਨੇ ਹਟਾ ਦਿੱਤਾ ਪਰ ਨਾਲ ਦੀ ਨਾਲ ਪਾਰਟੀ ਨੇ ਇਹ ਜਿਹੜੇ 3 ਮੈਂਬਰ ਨੇ ਇਹ ਵੀ ਪਾਰਟੀ 'ਚੋਂ ਬਾਹਰ ਕੱਢ ਦਿੱਤੇ। ਸੋ ਇਹ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਘੱਟ ਜਾਂ ਵੱਧ ਇੱਕੋ ਹੀ ਰੂਪ 'ਚ ਦੇਖੀਆਂ ਜਾਂਦੀਆਂ ਆ ਸਵਲੀਨ ਜੀ। ਇੱਥੇ ਲੋਕਤੰਤਰਕ ਕਦਰਾਂ ਕੀਮਤਾਂ ਜਾਂ ਫਿਰ ਤੁਸੀਂ ਇੱਦਾਂ ਕਹਿ ਲਓ ਕਿ ਗੱਲ ਜਿਹੜੀ ਆ ਉਹ ਸੱਚ ਬੋਲਣ ਵਾਲੇ ਦੀ ਜਾਂ ਸਾਹਮਣੇ ਰੱਖਣ ਵਾਲੇ ਦੀ ਗੱਲ ਜਿਹੜੀ ਆ ਉਹ ਕਈ ਵਾਰ ਨਹੀਂ ਅਕਸਰ ਹੀ ਜਿਹੜੀ ਆ ਉਹ ਬਲੀ ਲੈ ਲਈ ਜਾਂਦੀ। ਜੀ ਬਿਲਕੁਲ, ਗੱਲ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ, ਉਹ ਵੀ ਦੱਸ ਦਈਏ ਦਰਸ਼ਕਾਂ ਨੂੰ। ਬਿਲਕੁਲ ਸਵਲੀਨ ਜੀ, ਤੁਹਾਡੇ ਸਵਾਲ 'ਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਕਿ ਤੁਸੀਂ ਦੇਖਿਆ ਕਿ ਕਦੇ ਕਿਸੇ ਪੁਲਿਸ ਵਾਲੇ ਦੀ ਕਾਰ ਦਾ ਚਲਾਨ ਹੋਇਆ ਹੋਵੇ? ਨਹੀਂ, ਮੈਂ ਨਹੀਂ ਦੇਖਿਆ। ਜਾਂ ਤੁਸੀਂ ਕਦੇ ਕਿਸੇ ਟ੍ਰੈਫਿਕ ਸਿਗਨਲ ਦੇ ਉੱਤੇ ਜਾਂ ਜਿੱਥੇ ਪੁਲਿਸ ਚੈਕਿੰਗ ਕਰਦੀ ਹੋਵੇ ਉੱਥੇ ਕੋਈ ਸਰਕਾਰੀ ਗੱਡੀ ਰੋਕ ਹੁੰਦੀ ਹੋਵੇ? ਨਾ ਮਿੱਤਰਾਂ ਦਾ ਨਾਮ ਚੱਲਦਾ ਪੰਜਾਬ 'ਚ। ਪੰਜਾਬ ਰੋਡਵੇ ਦੀਆਂ ਬੱਸਾਂ ਦੀ ਕਿਤੇ ਚੈਕਿੰਗ ਹੁੰਦੀ ਹੋਵੇ? ਮੈਂ ਇਹ ਕਹਿੰਦਾ ਹਾਲੇ ਤੱਕ ਮੇਰੇ ਕੋਲ ਇਹ ਜਾਣਕਾਰੀ ਨਹੀਂ ਪਰ ਮੈਂ ਕਹਿ ਸਕਦਾ ਇਹ ਗੱਲ ਕਿ ਜੇਕਰ RTI ਦੀ ਇਨਫੋਰਮੇਸ਼ਨ ਕੋਈ ਪਾ ਕੇ ਦੇਖ ਲਵੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਗੱਡੀਆਂ ਤੁਹਾਨੂੰ ਅਜਿਹੀਆਂ ਮਿਲਣਗੀਆਂ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਜਾਂ ਫਿਰ ਜਿਹੜੇ ਨੇ ਉਹਨਾਂ ਦੇ ਫਿਟਨੈਸ ਸਰਟੀਫਿਕੇਟ ਆ ਜਿਹੜੇ ਉਹ ਨਹੀਂ ਹੋਣਗੇ। ਖਾਸ ਤੌਰ ਤੇ ਪੰਜਾਬ ਰੋਡਵੇਜ਼ ਦੀਆਂ ਜਿਹੋ ਜਿਹੀਆਂ ਬੱਸਾਂ ਸੜਕਾਂ ਦੇ ਉੱਤੇ ਸਾਨੂੰ ਦਿਖਦੀਆਂ ਨੇ ਉਹ ਜਿਹੜੀਆਂ ਆ ਉਹ ਬਿਲਕੁਲ ਹੋਣਗੀਆਂ। ਇਹ ਸਾਰੇ ਡਾਕੂਮੈਂਟਸ ਤੋਂ ਜਿਹੜੀਆਂ ਆ ਉਹ ਬਿਨਾਂ ਘੁੰਮਦੀਆਂ ਨਜ਼ਰ ਤੁਹਾਨੂੰ ਅਕਸਰ ਆ ਜਾਣਗੀਆਂ। ਤੇ ਜੇਕਰ ਤੁਸੀਂ ਮੁਲਾਜ਼ਮ ਹੋ ਵੀ ਜੇ ਪੰਜਾਬ ਪੁਲਿਸ ਦੇ ਫਿਰ ਤੁਹਾਡੇ ਲਈ ਹੈਲਮਟ ਜਾਂ ਟ੍ਰਿਪਲ ਰਾਈਡਿੰਗ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਲਈ ਬਣੀਆਂ ਹੀ ਨਹੀਂ, ਇਹ ਗੱਲ ਤਾਂ ਬਿਲਕੁਲ ਪੱਕੀ ਆ। ਹੁਣ ਅਸੀਂ ਗੱਲ ਕਰਦੇ ਸੀ ਅਮਨਦੀਪ ਸਿੰਘ ਰਾਏ ADGP ਟ੍ਰੈਫਿਕ, ਉਹਨਾਂ ਨੇ ਇੱਕ ਨਿਰਦੇਸ਼ ਜਾਰੀ ਕੀਤੇ ਨੇ ਟ੍ਰੈਫਿਕ ਡਿਪਾਰਟਮੈਂਟ ਦੇ ਅਫਸਰਾਂ ਨੂੰ ਕਿ ਬਿਲਕੁਲ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੜਕ ਦੇ ਉੱਤੇ ਜਿਹੜੀ ਵੀ ਗੱਡੀ ਜਾ ਰਹੀ ਹੈ ਤੁਸੀਂ ਕਿਸੇ ਨੂੰ ਵੀ ਚੈੱਕ ਕਰੋ ਤੇ ਸਾਰਿਆਂ ਲਈ ਹੀ ਜਿਹੜੇ ਕਾਨੂੰਨ ਨੇ ਉਹ ਇੱਕੋ ਜਿਹੇ ਹੋਣੇ ਚਾਹੀਦੇ ਨੇ। ਬਹੁਤ ਖੂਬਸੂਰਤ ਇਹ ਨਿਰਦੇਸ਼ ਲੱਗਿਆ ਪਰ ਦੇਖੋ ਇਸ ਨਿਰਦੇਸ਼ ਨੂੰ ਤੁਸੀਂ ਇੱਦਾਂ ਸਮਝੋ ਕਿ ਇਹਨੂੰ ਜਾਰੀ ਕਰਨ ਦੀ ਲੋੜ ਹੀ ਕਿਉਂ ਪਈ? ਕਿਉਂਕਿ ਅਸੀਂ ਡਿਪਾਰਟਮੈਂਟ ਦੇ ਲੋਕ ਜਦੋਂ ਚੈਕਿੰਗ ਲਈ ਖੜੇ ਹੁੰਦੇ ਨੇ ਪੰਜਾਬ ਪੁਲਿਸ ਦੇ ਤੇ ਉਹ ਕੋਈ ਆਵੇ ਵੀ ਤੇ ਉਹ ਕਹਿ ਦਿੰਦਾ ਕਿ ਮੁਲਾਜ਼ਮ ਹੈ ਤੇ ਉਹ ਜਿਹੜੀ ਉਹਦੀ ਛੁੱਟੀ ਉੱਥੋਂ ਹੋ ਜਾਂਦੀ ਆ, ਉਹਨੂੰ ਰੋਕਿਆ ਨਹੀਂ ਜਾਂਦਾ ਜਾਂ ਉਹਦੇ ਲਈ ਟ੍ਰੈਫਿਕ ਦੇ ਜਿਹੜੇ ਸਿਗਨਲਸ ਨੇ ਜਾਂ ਫਿਰ ਉਹਦੇ ਲਈ ਹੈਲਮਟ ਹੋਣਾ ਜ਼ਰੂਰੀ ਜਾਂ ਉਹਨੇ ਸੀਟ ਬੈਲਟ ਲਾਈ ਹੋਣੀ ਜਾਂ ਉਹਦੇ ਕੋਲ ਗੱਡੀ ਦੀ ਇੰਸ਼ੋਰੈਂਸ ਹੋਣੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੇ ਉਸ ਡਿਪਾਰਟਮੈਂਟ ਦੇ ਮੁਲਾਜ਼ਮ ਹੋਣ ਦੇ ਨਾਲ ਹੀ ਜਿਹੜਾ ਆ ਉਹਨੂੰ ਮੁਲਜ਼ਮ ਹੋਣ ਤੋਂ ਬਚਾ ਲੈਂਦੀਆਂ। ਜੇਕਰ ਅਜਿਹਾ ਪਰਿਵਰਤਨ ਆਉਂਦਾ ਆ ਤੇ ਇਹ ਗੱਲ ਬਿਲਕੁਲ ਉਹ ਸਾਧੂ ਦੇ ਗੁੜ ਖਾਣ ਤੋਂ ਰੋਕਣ ਵਾਲੇ ਬੱਚੇ ਵਾਲੀ ਕਹਾਣੀ ਹੋਵੇਗੀ
ਕਿ ਤੁਸੀਂ ਦੂਸਰੇ ਨੂੰ ਤਾਂ ਹੀ ਚੈੱਕ ਕਰੋਗੇ ਜੇਕਰ ਆਪ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦਾ ਪਹਿਲਾਂ ਪਾਲਣ ਕਰਦੇ ਹੋਵੋ। ਤੇ ਫਿਰ ਜੇਕਰ ਇਹ ਸਾਰੀਆਂ ਚੀਜ਼ਾਂ ਡਿਪਾਰਟਮੈਂਟ, ਵਿਭਾਗ ਜਾਂ ਪੁਲਿਸ ਮਹਿਕਮਾ ਆਪਣੇ ਅੰਦਰ ਲੈ ਕੇ ਆਉਂਦਾ ਤੇ ਫਿਰ ਉਹਨਾਂ ਨੂੰ ਬਹੁਤ ਹੱਦ ਤੱਕ ਜਿਹੜੀ ਇਹ ਸਾਰੀ ਚੀਜ਼ਾਂ ਆ ਇਹਦੇ ਵਿੱਚ ਕਿਸੇ ਦੀ ਸਿਫਾਰਿਸ਼ ਮੰਨਣ ਦੀ ਲੋੜ ਨਹੀਂ ਰਹੇਗੀ ਤੇ ਨਾ ਹੀ ਫਿਰ ਉਹਨਾਂ ਨੂੰ ਕੋਈ ਫੋਨ ਕਰਕੇ ਸਿਫਾਰਿਸ਼ ਕਰੇਗਾ ਅਫਸਰ ਤੇ ਜਾਂ ਫਿਰ ਕੋਈ ਹੋਰ ਲੀਡਰ ਤੇ ਜਾਂ ਫਿਰ ਕੋਈ ਹੋਰ ਸਰਕਰਦਾ ਬੰਦਾ ਵੀ ਇਹ ਟ੍ਰੈਫਿਕ ਚਲਾਨ ਜਿਹੜਾ ਹੋਇਆ ਬੰਦਾ ਆਪਣਾ ਤੇ ਉਹਨੂੰ ਛੱਡ ਦਿਓ। ਕਹਿਣਗੇ ਭਾਈ ਹੁਣ ਸਾਡੇ ਕੋਲ ਅਜਿਹੇ ਕੋਈ ਰੂਲ ਐਂਡ ਰੈਗੂਲੇਸ਼ਨਸ ਨਹੀਂ ਹਨ। ਹਾਲਾਂਕਿ ਇਹ ਰੂਲ ਐਂਡ ਰੈਗੂਲੇਸ਼ਨਸ ਪਹਿਲਾਂ ਵੀ ਕੋਈ ਨਹੀਂ ਹੁੰਦੇ ਸੀ, ਪਰ ਇੱਕ ਸਿਸਟਮ ਜਿਹੜਾ ਬਣਾ ਲਿਆ ਜਾਂਦਾ ਸੀ, ਜਿੱਦਾਂ ਅਸੀਂ ਹੁਣੇ ਪਿਛਲੇ ਹਿੱਸੇ 'ਚ ਗੱਲ ਕਰਦੇ ਹਟੇ ਹਾਂ ਕਿ ਬਿਜਲੀ ਬੋਰਡ ਦੇ ਜਿਹੜੇ ਨੇ ਉਹਨਾਂ ਦੀ ਪੁਲਿਸ ਨਾਲ ਭਾਈਵਾਲੀ ਆ ਤੇ ਉਹਨਾਂ ਦੇ ਉਹ ਚਲਾਨ ਨਹੀਂ ਕੱਟਦੇ ਤੇ ਉਹ ਉਹਨਾਂ ਤੋਂ ਬਿੱਲ ਨਹੀਂ ਲੈਂਦੇ। ਜੇਕਰ ਮੁਲਕ ਨੂੰ ਮੁਲਕ ਸਮਝ ਕੇ ਰੂਲਸ ਦੀ ਪਾਲਣਾ ਸੰਵਿਧਾਨ ਦੇ ਅਨੁਸਾਰ ਕੀਤੀ ਜਾਵੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੌਖੀਆਂ ਹੋ ਜਾਣਗੀਆਂ। ਸਵਲੀਨ ਜੀ, ਅਜਿਹਾ ਹੀ ਇੱਕ ਨੋਟੀਫਿਕੇਸ਼ਨ ਲੁਧਿਆਣਾ ਪੁਲਿਸ ਕਮਿਸ਼ਨਰ ਜਿਹੜੇ ਕੌਸਤੁਭ ਸ਼ਰਮਾ ਨੇ ਉਹਨਾਂ ਨੇ ਵੀ ਜਾਰੀ ਕੀਤਾ। ਉਹ ਵੀ ਬੜਾ ਚੰਗਾ ਲੱਗਦਾ ਦੇਖਣ ਨੂੰ ਤੇ ਜਦੋਂ ਤੁਸੀਂ ਇਹਦੀ ਵਿਚਾਰ ਕਰਦੇ ਆ ਤਾਂ ਉਹ ਹਾਸੋਹੀਣਾ ਵੀ ਲੱਗਦਾ। ਉਹਨਾਂ ਨੇ ਕਿਹਾ ਕਿ ਅਕਸਰ ਦੇਰ ਰਾਤ ਤੱਕ ਬਾਜ਼ਾਰਾਂ ਦੇ ਵਿੱਚ ਜਿਹੜੀ ਇਹ ਚਹਿਲ ਕਦਮੀ ਦੇਖੀ ਜਾਂਦੀ ਹੈ, ਜਦਕਿ ਕਾਨੂੰਨ ਦੇ ਮੁਤਾਬਕ 11 ਵਜੇ ਜਿਹੜੀਆਂ ਸਾਰੀਆਂ ਦੁਕਾਨਾਂ ਨੇ, ਚਾਹੇ ਉਹ ਖਾਣ ਪੀਣ ਦੀਆਂ ਨੇ, ਢਾਬੇ, ਬਾਰ, ਰੈਸਟੋਰੈਂਟ ਨੇ, ਉਹ ਬੰਦ ਹੋਣੇ ਚਾਹੀਦੇ ਨੇ। ਅਸੀਂ ਅਕਸਰ ਦੇਰ ਰਾਤ ਨੂੰ ਸ਼ਰਾਬ ਪੀ ਕੇ ਜਾਂ ਹੋਰ ਕਈ ਕਾਰਨਾਂ ਨਾਲ ਹੁੰਦੀਆਂ ਲੜਾਈਆਂ ਜਾਂ ਐਕਸੀਡੈਂਟ ਦੀ ਚਰਚਾ ਵੀ ਕਰਦੇ ਰਹਿੰਦੇ ਹਾਂ। ਉਹਨਾਂ ਨੇ ਹੁਣ ਇੱਕ ਹੁਕਮ ਜਾਰੀ ਕੀਤਾ ਧਾਰਾ 144 ਦੇ ਅਧੀਨ 1972-1973 ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਕਿ 10:30 ਵਜੇ ਤੱਕ ਜਿਹੜੇ ਲਾਸਟ ਆਰਡਰ ਖਾਣ ਪੀਣ ਦੇ ਲਏ ਜਾਣ ਤੇ 11 ਵਜੇ ਤੱਕ ਬਾਜ਼ਾਰ ਜਿਹੜਾ ਹੈ ਉਹਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇ। ਇੱਕ ਹੋਰ ਆਰਡਰ ਜਿਹੜਾ ਜਾਰੀ ਕੀਤਾ ਕਿ ਟ੍ਰੈਫਿਕ ਦੇ ਵਿੱਚ ਬਹੁਤ ਵਿਘਨ ਪੈਂਦਾ ਹੈ ਕਿਉਂਕਿ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੁੰਦਾ। ਹਰ ਇੱਕ ਡਿਪਾਰਟਮੈਂਟ, ਹਰ ਮਿਊਨਿਸਪਲ ਕਮੇਟੀ ਦੇ ਕੋਲ ਟਰੱਕ ਨੇ, ਇਹੋ ਜਿਹੇ ਸਮਾਨ ਨੂੰ ਚੱਕਣ ਲਈ ਮੁਲਾਜ਼ਮ ਵੀ ਨੇ, ਪਰ ਇੱਕ ਭਾਈਵਾਲੀ ਅਜਿਹੀ ਹੋ ਚੁੱਕੀ ਹੈ ਡਿਵੈਲਪ। ਤੁਸੀਂ ਕਿਸੇ ਵੀ ਸ਼ਹਿਰ 'ਚ ਚਲੇ ਜਾਓ, ਕਿਸੇ ਵੀ ਗਲੀ ਮੁਹੱਲੇ, ਕਿਸੇ ਵੀ ਬਾਜ਼ਾਰ 'ਚ ਚਲੇ ਜਾਓ, ਤੁਹਾਨੂੰ ਅਕਸਰ ਹੀ ਜਿਹੜਾ ਜਿਹਨੂੰ ਕਹਿੰਦੇ ਆ ਤੁਸੀਂ ਕਿ ਕਬਜ਼ਾ ਕੀਤਾ ਹੁੰਦਾ ਹੈ ਗਲੀ ਦੇ ਵਿੱਚ ਜਾਂ ਸੜਕ ਦੇ ਵਿੱਚ ਜਾਂ ਬਾਜ਼ਾਰ ਦੇ ਉੱਤੇ, ਟ੍ਰੈਫਿਕ ਨੂੰ ਉਹ ਜਿਹੜੀਆਂ ਰੁਕਾਵਟਾਂ ਜ਼ਰੂਰ ਹੁੰਦੀਆਂ ਨੇ ਉਹਨਾਂ ਦੀਆਂ। ਤੁਸੀਂ ਪੰਜਾਬ ਦੇ ਕਿਸੇ ਵੀ ਬਾਜ਼ਾਰ 'ਚ ਲੈ ਲਓ, ਤੁਹਾਡਾ ਸ਼ਹਿਰ ਹੋਵੇ, ਮੇਰਾ ਸ਼ਹਿਰ ਹੋਵੇ, ਉਹ ਹਰ ਜਗ੍ਹਾ ਦੇਖਣ ਨੂੰ ਮਿਲਦਾ। ਪਰ ਫਿਰ ਦੇਖੋ ਹੈਰਾਨੀ ਇਹ ਗੱਲ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਰਕਾਰ 'ਤੇ ਸੁੱਟਦੇ ਹਾਂ, ਜਦ ਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਆਪਣੇ ਸੁਭਾਅ ਦੇ ਵਿੱਚ ਜੇ ਬਦਲਾਅ ਕਰ ਲਈਏ, ਅਸੀਂ ਕੁਝ ਚੀਜ਼ਾਂ ਠੀਕ ਕਰ ਲਈਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਲਈ ਫਿਰ ਹੁਕਮ ਜਾਰੀ ਨਹੀਂ ਕਰਨੇ ਪੈਂਦੇ ਜੀ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲਾਅ ਦੇ ਉੱਤੇ ਨਿਰਭਰ ਨੇ ਤੇ ਇਹ ਉਹ ਬਦਲਾਅ ਨਹੀਂ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਲੈ ਕੇ ਆਉਣਾ। ਇਹ ਉਹ ਬਦਲਾਅ ਹੈ ਜਿਹੜਾ ਅਸੀਂ ਆਪਣੇ ਅੰਦਰ ਆਪ ਲੈ ਕੇ ਆਈਏ ਤੇ ਅਸੀਂ ਆਪਣੇ ਮੁਲਕ ਨੂੰ ਆਪਣਾ ਸਮਝੀਏ ਤੇ ਕਾਫੀ ਚੀਜ਼ਾਂ ਜਿਹੜੀਆਂ ਉਹ ਠੀਕ ਕੀਤੀਆਂ ਜਾ ਸਕਦੀਆਂ। ਜੀ ਬਿਲਕੁਲ, ਪ੍ਰੋਗਰਾਮ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਵਿਚਾਰ ਚਰਚਾ ਦੇ ਅਖੀਰਲੇ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਸਿਆਸੀ ਗੱਲਾਂ ਬਹੁਤ ਕਰ ਲਈਆਂ, ਇੱਕ ਸਿਆਸਤ ਤੋਂ ਪਰੇ ਵਾਲੀ ਗੱਲ ਕਰਦੇ ਹਾਂ ਜੀ। ਸੋਸ਼ਲ ਮੀਡੀਆ ਤੇ ਇੱਕ ਪਿਕਚਰ ਬਹੁਤ ਵਾਇਰਲ ਹੋ ਰਹੀ ਹੈ, ਨਦੀ ਦਾ ਕਿਨਾਰਾ ਆ ਤੇ ਹਜ਼ਾਰਾਂ ਸਟੂਡੈਂਟਸ ਉੱਥੇ ਬਹਿ ਕੇ ਪੜ੍ਹ ਰਹੇ ਨੇ। ਕੀ ਕਰ ਰਹੇ ਨੇ ਉਹ? ਐਕਚੁਅਲੀ ਵਿੱਚ ਉਸ ਪਿਕਚਰ ਦਾ ਕੀ ਮਕਸਦ ਹੈ? ਸਵਲੀਨ ਜੀ, ਤੁਸੀਂ ਫਿਲਮਾਂ ਦੇਖਦੇ ਰਹਿੰਦੇ ਆ। ਬੀਤੇ ਦਿਨੀ ਇੱਕ ਫਿਲਮ ਆਈ ਸੀ ਸੁਪਰ 30, ਤੁਸੀਂ ਦੇਖੀ ਹੋ ਕਿ ਨਹੀਂ? ਇਸ ਤੋਂ ਵੀ ਪਹਿਲਾਂ ਇੱਕ ਆਰਕਸ਼ਣ ਕਰਕੇ ਫਿਲਮ ਆਈ ਸੀ। ਤੇ ਭਾਰਤ ਦੀ ਜੇ ਗੱਲ ਕਰੀਏ ਤੇ ਇੱਕ ਬਿਹਾਰ ਦੇ ਵਿੱਚ ਇੱਕ ਸਕੂਲ ਹੈ ਜਿਹਨੂੰ ਅਸੀਂ RSM ਕਹਿੰਦੇ ਹਾਂ, ਰਾਮਾਨੁਜਮ ਸਕੂਲ ਆਫ ਮੈਥਮੈਟਿਕਸ। ਇਹਨੂੰ ਚਲਾਉਣ ਵਾਲੇ ਜਿਹੜੇ ਨੇ ਉਹ ਪ੍ਰੋਫੈਸਰ ਆਨੰਦ ਕੁਮਾਰ ਨੇ, ਬਹੁਤ ਮਸ਼ਹੂਰ ਹੋਏ। ਉਹ ਡਿਸਕਵਰੀ ਤੋਂ ਲੈ ਕੇ BBC ਤੇ ਭਾਰਤ ਦੀਆਂ ਤੇ ਤਮਾਮ ਨਿਊਯਾਰਕ ਟਾਈਮਜ਼ ਵਰਗੀਆਂ ਅਖਬਾਰਾਂ ਨੇ ਉਹਨਾਂ ਨੂੰ ਕਵਰ ਕੀਤਾ। ਪੂਰੇ ਪੇਜ ਦੇ ਉਹ ਸਾਰੀ ਹੀ ਦੁਨੀਆ ਦੇ ਵਿੱਚ ਲਗਭਗ ਛਪੇ। 1992 ਦੇ ਵਿੱਚ ਉਹਨਾਂ ਨੇ ਇੱਕ ਟਿਊਸ਼ਨ ਸੈਂਟਰ ਟਾਈਪ ਦੀ ਜਗ੍ਹਾ ਸ਼ੁਰੂ ਕੀਤੀ ਤੇ ਫਿਰ ਮਸ਼ਹੂਰ ਹੋਏ ਉਹ ਸੁਪਰ 30 ਪ੍ਰੋਗਰਾਮ ਨੂੰ ਲੈ ਕੇ, ਜਿਹਦੇ ਵਿੱਚ ਉਹ ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੇ ਐਸਪੀਰੈਂਟਸ ਦਾ, ਉਹਨਾਂ ਵਿਦਿਆਰਥੀਆਂ ਦਾ ਟੈਸਟ ਲੈਂਦੇ ਸੀ ਤੇ 30 ਵਿਦਿਆਰਥੀ ਚੁਣਦੇ ਸੀ ਉਹ, ਤੇ ਉਹਨਾਂ 30 ਦੇ ਵਿੱਚ 30 ਨੂੰ ਫਿਰ ਉਹ ਸਾਰਾ ਸਾਲ ਜਾਂ ਕੁਝ ਟਾਈਮ, ਜਿੰਨਾ ਟਾਈਮ ਉਹਨਾਂ ਕੋਲ ਹੁੰਦਾ ਸੀ, ਉਹ ਫ੍ਰੀ ਤਿਆਰ ਕਰਾਉਂਦੇ ਸੀ। ਤੇ ਉਹਨਾਂ ਦੀ ਜਿਹੜੀ ਸਕਸੈਸ ਰੇਸ਼ੋ ਸੀ ਉਹ 100% ਵੀ ਰਿਹਾ ਤੇ ਬਹੁਤੀ ਵਾਰੀ ਉਹ 30 ਦੇ ਵਿੱਚੋਂ ਕਦੇ 26, ਕਦੇ 27, ਕਦੇ 30 ਦੇ 30 ਉਹ ਹਿੰਦੁਸਤਾਨ ਦੀਆਂ ਵਧੀਆ IIT ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਵਾ ਦਿੰਦੇ ਸੀ। ਇਹ ਉਹ ਲੋਕ ਹਨ ਜਿਹੜੇ ਕਿ ਪੜ੍ਹਾਈ ਲਿਖਾਈ ਦੇ ਕਾਇਲ ਨੇ ਤੇ ਇਹ ਸਮਝਦੇ ਨੇ ਕਿ ਸਿੱਖਿਆ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਹੈ ਤੇ ਜੇ ਕਿਸੇ ਨੂੰ ਦਿੱਤੀ ਜਾਵੇ, ਕਿਸੇ ਲੋੜਵੰਦ ਨੂੰ ਦਿੱਤੀ ਜਾਵੇ ਤੇ ਇਹ ਫਿਰ ਉਹਦਾ ਤੀਸਰਾ ਨੇਤਰ ਹੀ ਨਹੀਂ ਖੋਲ੍ਹਦੀ, ਉਹਦੀ ਜ਼ਿੰਦਗੀ ਦੇ ਜਿਹੜੇ ਬੰਦ ਦਰਵਾਜ਼ੇ ਉਹ ਵੀ ਖੋਲ੍ਹਦੀ ਆ। ਤੇ ਇੱਕ ਵਿਦਿਆਰਥੀ ਜਦੋਂ
ਸਫਲ ਹੋ ਕੇ ਕੁਝ ਬਣਦਾ ਹੈ ਤੇ ਉਹਦੀ ਆਉਣ ਵਾਲੀਆਂ ਕਈ ਪੀੜ੍ਹੀਆਂ ਜਿਹੜੀਆਂ ਨੇ ਸੰਵਰ ਜਾਂਦੀਆਂ ਨੇ। ਇਹ ਤਾਂ ਸੀ ਸੁਪਰ 30 ਦੇ ਆਨੰਦ ਕੁਮਾਰ ਦੀ ਛੋਟੀ ਜਿਹੀ ਇੱਕ ਗੱਲਬਾਤ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ। ਸਿਰਫ ਯਾਦ ਕਰਵਾਉਣ ਵਾਲੀ ਗੱਲ ਹੈ। ਬਿਹਾਰ ਦੇ ਵਿੱਚ ਪਟਨਾ ਜਿਹੜਾ ਸ਼ਹਿਰ ਹੈ ਰਾਜਧਾਨੀ ਹੈ, ਤੇ ਅਸੀਂ ਜਾਣਦੇ ਹਾਂ ਕਿ ਵੱਡੇ ਸ਼ਹਿਰ ਜਿਹੜੇ ਉਹ ਨਦੀਆਂ ਦੇ ਕਿਨਾਰੇ 'ਤੇ ਵਸੇ ਹੋਏ ਨੇ। ਇੱਥੇ ਇੱਕ ਪ੍ਰੋਫੈਸਰ ਪ੍ਰੋਫੈਸਰ SK ਝਾਅ ਨੇ, ਝਾਅ ਸਾਹਿਬ ਨੇ ਬਹੁਤ ਚੰਗਾ ਉੱਦਮ ਸ਼ੁਰੂ ਕੀਤਾ ਹੈ ਕਿ ਇੰਨੇ ਇੱਕ ਵਿਦਿਆਰਥੀ ਇਕੱਠੇ ਹੁੰਦੇ ਨੇ ਕਿ ਉਹਨਾਂ ਨੂੰ ਪੜ੍ਹਾਉਣ ਲਈ ਫਿਰ ਕਲਾਸਰੂਮ ਜਿਹੜਾ ਆ ਉਹ ਪੂਰਾ ਨਹੀਂ ਰਹਿੰਦਾ। ਉਹਨੂੰ NIT ਘਾਟ ਵੀ ਕਹਿੰਦੇ ਨੇ, ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜਾ ਪਟਨਾ ਦਾ ਹੈ, ਉਹਦੇ ਬਾਹਰ ਜਦੋਂ ਜਿੱਥੇ ਗੰਗਾ ਵਗਦੀ ਆ ਉੱਥੇ ਬਹੁਤ ਸਾਰੇ ਵਿਦਿਆਰਥੀ ਸ਼ਨੀਵਾਰ ਤੇ ਐਤਵਾਰ ਨੂੰ ਇਕੱਠੇ ਹੁੰਦੇ ਨੇ। ਇੱਕ ਮੋਟੀ ਗਿਣਤੀ ਆ ਕਿ 3500 4000 ਵਿਦਿਆਰਥੀ ਸ਼ਨੀਵਾਰ ਨੂੰ ਤੇ 8000 ਤੋਂ ਵੀ ਵੱਧ ਵਿਦਿਆਰਥੀ ਐਤਵਾਰ ਨੂੰ ਆਉਂਦੇ ਨੇ। ਸਵੇਰੇ 6 ਵਜੇ ਉੱਥੇ ਪਹੁੰਚ ਜਾਂਦੇ ਨੇ ਤੇ SK ਝਾਅ ਸਾਹਿਬ ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ। ਉਹ ਪੜ੍ਹਾਉਂਦੇ ਕੀ ਨੇ, ਉਹਨਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਸਰਕਾਰੀ ਨੌਕਰੀਆਂ ਲਈ ਐਗਜ਼ਾਮ ਹੋਣੇ ਨੇ ਉਹਨਾਂ ਲਈ ਉਹਨਾਂ ਦੀ ਟ੍ਰੇਨਿੰਗ ਕਰਾਉਂਦੇ ਨੇ। ਤੇ ਹੁਣ ਗੱਲ ਇਹ ਵੀ ਆ ਕਿ ਉਹ ਇੰਨਾ ਕੰਮ ਇਕੱਲੇ ਨਹੀਂ ਕਰ ਸਕਦੇ, ਉਹਨਾਂ ਦੇ ਨਾਲ 15-20 ਲੋਕਾਂ ਦੀ ਟੀਮ ਹੈ ਜਿਹੜੀ ਕਿ ਅਲੱਗ-ਅਲੱਗ ਜਗ੍ਹਾ 'ਤੇ ਉੱਥੇ ਅਲੱਗ-ਅਲੱਗ ਘਾਟਾਂ ਦੇ ਉੱਤੇ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ, ਉਹਨਾਂ ਲਈ ਟੈਸਟ ਤਿਆਰ ਕਰਦੇ ਨੇ, ਉਹਨਾਂ ਨੂੰ OMR ਸ਼ੀਟਸ ਦਿੰਦੇ ਨੇ, ਬਿਲਕੁਲ ਉਸੇ ਪੈਟਰਨ 'ਤੇ ਜਿਸੇ ਪੈਟਰਨ 'ਤੇ ਐਗਜ਼ਾਮ ਹੋਣੇ ਨੇ, ਚਾਹੇ ਉਹ ਬੈਂਕ ਦੇ ਐਂਟਰੈਂਸ ਨੇ, ਚਾਹੇ ਉਹ ਰੇਲਵੇ ਦੇ ਨੇ, ਤੇ ਜਾਂ ਫਿਰ UPSC ਨਾਲ ਜੁੜੇ ਹੋਏ ਕੁਝ ਹੋਰ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਐਗਜ਼ਾਮ ਕਰੈਕ ਕਰ ਲਿਆ ਤੇ ਸਾਨੂੰ ਜਿਹੜੀ ਨੌਕਰੀ ਉਹ ਮਿਲ ਜਾਣੀ ਆ। ਅਸੀਂ ਪਹਿਲਾਂ ਵੀ ਕਈ ਵਾਰ ਦੇਖਦੇ ਹਾਂ ਜਦੋਂ ਅਸੀਂ ਦਿੱਲੀ ਜਾਈਏ ਕਿਸੇ ਇੰਸਟੀਟਿਊਸ਼ਨ ਜਿਹੜੇ ਟ੍ਰੇਨਿੰਗ ਇੰਸਟੀਚਿਊਟਸ ਨੇ, ਤੇ ਉੱਥੇ ਅਸੀਂ ਦੇਖਦੇ ਹਾਂ ਕਿ ਬਿਹਾਰ ਤੋਂ ਜਾਂ ਹੋਰ ਬਹੁਤ ਸਾਰੀਆਂ ਸਟੇਟਸ ਤੋਂ ਬਹੁਤ ਸਾਰੇ ਬੱਚੇ ਆ ਕੇ ਇੱਥੇ ਰਹਿੰਦੇ ਨੇ। ਉਹ 18-18 20-20 ਘੰਟੇ ਪੜ੍ਹਦੇ ਨੇ ਤੇ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਕੁਝ ਪਾਰਟ ਟਾਈਮ ਜੌਬ ਕਰਦੇ ਨੇ, ਬਹੁਤ ਹਾਰਡ ਮਿਹਨਤ ਕਰਦੇ ਨੇ ਤਾਂ ਕਿ ਉਹ ਸਰਕਾਰੀ ਨੌਕਰੀ 'ਚ ਆ ਸਕਣ, ਕਿਉਂਕਿ ਇਹ ਉਸ ਤਬਕੇ ਦੇ ਲੋਕ ਨੇ ਜਿਹੜੇ ਕਿ ਬਿਲਕੁਲ ਗੁਜ਼ਾਰਾ ਕਰਨ ਦੇ ਸਮਰੱਥ ਨਹੀਂ ਹਨ ਤੇ ਜਿਨ੍ਹਾਂ ਕੋਲ ਹੋਰ ਕੋਈ ਸਾਧਨ ਨਹੀਂ ਹੈ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਸਿਵਾਏ ਸਰਕਾਰੀ ਨੌਕਰੀ ਤੋਂ। ਤੋ ਇਹ ਜਿਹੜੀ ਫੋਟੋ ਆ ਉਹ ਆਨੰਦ ਮਹਿੰਦਰਾ ਨੇ ਵੀ ਸ਼ੇਅਰ ਕੀਤੀ, ਗੋਇਨਕਾ ਸਾਹਿਬ ਵੱਡੇ ਬਿਜ਼ਨਸਮੈਨ ਨੇ ਭਾਰਤ ਦੇ, ਉਹਨਾਂ ਨੇ ਵੀ ਰੀਟਵੀਟ ਕੀਤੀ ਤੇ ਇੱਕ IAS ਆਫੀਸਰ ਨੇ ਵੀ ਇਹ ਟਵੀਟ ਕੀਤੀ ਤੇ ਫਿਰ ਸਾਰੇ ਲੋਕਾਂ ਕੋਲ ਪਹੁੰਚੀ ਤੇ ਅਸੀਂ ਵੀ ਇਹਨੂੰ ਇੱਕ ਪੋਜ਼ਿਟਿਵ ਖਬਰ ਦੇ ਤੌਰ 'ਤੇ ਲਿਆ। ਬਹੁਤ ਹੀ ਇੱਕ ਚੰਗਾ ਉੱਦਮ ਹੈ ਜੇ ਅਸੀਂ ਇਸ ਚੀਜ਼ ਨੂੰ ਇਸ ਨਜ਼ਰੀਏ ਨਾਲ ਦੇਖੀਏ ਕਿ ਵਿਦਿਆਰਥੀ ਜਿਹੜੇ ਨੇ ਉਹ ਪੜ੍ਹਦੇ ਨੇ, ਸਵੇਰੇ 6 ਵਜੇ ਉਹ ਉੱਥੇ ਆ ਜਾਂਦੇ ਨੇ, ਲਾਈਨਾਂ ਬਣਾਉਂਦੇ ਨੇ ਤੇ ਉਹ ਆਪਣੇ ਨਾਲ ਆਪਣੇ ਪੈਨ ਕਾਪੀ ਲੈ ਕੇ ਆਉਂਦੇ ਨੇ ਤੇ 15 ਤੋਂ 20 ਇੰਸਟਰਕਟਰ ਉਹਨਾਂ ਨੂੰ ਇੰਸਟਰਕਟ ਕਰਦੇ ਨੇ ਤੇ ਉਹ 2 ਦਿਨ ਜਿਹੜੇ ਆ ਸ਼ਨੀਵਾਰ ਤੇ ਐਤਵਾਰ ਲਾਉਂਦੇ ਨੇ। ਕਿੰਨੀ ਜਿਹੜੀ ਆ ਉਹ ਇੱਕ ਚੰਗਾ ਮਾਹੌਲ ਹੋਵੇਗਾ ਜੇ ਤੁਸੀਂ ਦੇਖੋ ਕਿ ਕਿਸੇ ਨਦੀ ਦੇ ਕਿਨਾਰੇ ਤੇ ਸਵੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹਨ ਲਈ ਇਕੱਠੇ ਹੁੰਦੇ ਨੇ। ਇਹ ਬਹੁਤ ਹੀ ਇੱਕ ਚੰਗੀ ਤੇ ਪੋਜ਼ਿਟਿਵ ਖਬਰ ਵੀ ਹੈ ਇਸ ਨਜ਼ਰੀਏ ਤੋਂ ਕਿ ਅਸੀਂ ਆਲੇ ਦੁਆਲੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜੇ ਗੱਲ ਕਰੀਏ ਤਾਂ ਸਾਡਾ ਜਿਹੜਾ ਪੜ੍ਹਨ ਦਾ ਜਾਂ ਪੜ੍ਹਾਉਣ ਦਾ ਰੁਝਾਨ ਆ ਉਹ ਬਹੁਤ ਘਟ ਗਿਆ ਹੈ ਤੇ ਉਹ ਲੋਕ ਜਿਹੜੇ ਨੇ ਉਹਨਾਂ ਦੀ ਡੈਡੀਕੇਸ਼ਨ ਟੂਵਰਡਸ ਇਸ ਲਾਈਨ ਦੇ ਵਿੱਚ ਵੀ ਹੈ ਕਿ ਉਹ ਇਹਨਾਂ ਵਿਦਿਆਰਥੀਆਂ ਨੂੰ ਫ੍ਰੀ 2 ਦਿਨ ਜਿਹੜੇ ਨੇ ਉਹ ਦਿੰਦੇ ਨੇ। ਆਉਣ ਵਾਲੇ ਹਾਲੇ ਇਹਨਾਂ ਨੇ ਕੁਝ ਸਮੇਂ ਤੋਂ ਹੀ ਇਹ ਚੀਜ਼ਾਂ ਸ਼ੁਰੂ ਕੀਤੀਆਂ ਨੇ ਤੇ ਇੱਦਾਂ ਦੀ ਹੀ ਇੱਕ ਹੋਰ ਵੀ ਖਬਰ ਪਟਨਾ ਤੋਂ ਹੀ ਹੈ। ਸਵਲੀਨ ਜੀ, ਉੱਥੇ ਦੀ ਇੱਕ ਕੁੜੀ ਹੈ, ਉਹਨੇ ਡਿਗਰੀ ਤਾਂ ਕੀਤੀ ਸੀ ਬਨਾਰਸ ਯੂਨੀਵਰਸਿਟੀ ਦੇ ਕਿਸੇ ਕਾਲਜ ਤੋਂ ਇਕਨੋਮਿਕਸ ਦੇ ਵਿੱਚ ਤੇ ਉਹਨੇ ਕੋਸ਼ਿਸ਼ ਕੀਤੀ ਬੈਂਕ ਦਾ ਐਗਜ਼ਾਮ ਕਰੈਕ ਕਰਨ ਦੀ, ਉਹ ਨਹੀਂ ਕਰ ਪਾਈ ਤੇ ਬਾਅਦ ਵਿੱਚ ਉਹਨੇ ਇੱਥੇ ਬਿਹਾਰ ਦੇ ਵਿੱਚ ਹੀ ਇੱਕ ਕਾਲਜ ਦੇ ਬਾਹਰ ਚਾਹ ਦੀ ਜਿਹੜੀ ਆ ਇੱਕ ਉਹ ਆਪਣਾ ਠੇਲਾ ਜਿਹੜਾ ਆ ਉਹ ਬਣਾ ਲਿਆ ਤੇ ਉਹ ਵੀ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋਈ ਆ ਤੇ ਉਹਨੇ ਉਹਦੇ ਵਿੱਚ ਉਹਦੇ ਲਈ ਉਹਨੇ ਦੱਸਿਆ ਕਿ ਮੈਂ ਉਹ ਇੱਕ ਟੈਗਲਾਈਨ ਲਿਖੀ ਹੈ ਕਿ ਇਹ ਚਾਹ ਜਿਹੜੀ ਆ ਤੁਹਾਨੂੰ ਪੀਣੀ ਚਾਹੀਦੀ ਆ ਤੇ ਇਹਦੇ ਬਾਰੇ ਸੋਚੋ ਨਾ, ਬਸ ਇਹਨੂੰ ਸ਼ੁਰੂ ਕਰ ਦਿਓ। ਉਹਨੇ ਇੱਕ ਖਿੱਚਵੀਂ ਜਿਹੀ ਲਾਈਨ ਲਿਖੀ ਆ ਤੇ ਉਹਦੇ ਨਾਲ ਉਹ ਜਿਹੜੀ ਬੜੀ ਬਹੁਤ ਮਸ਼ਹੂਰ ਹੋਈ ਆ। ਸੋ ਸਾਡੇ ਜਿਹੜੀ ਵਿਦਿਆਰਥੀ ਜੀਵਨ ਹੈ ਉਹਦੀਆਂ ਔਕੜਾਂ ਵੀ ਬੜੀਆਂ ਨੇ ਤੇ ਨੌਕਰੀਆਂ ਦੇ ਜਿਹੜੇ ਹੀਲੇ ਨੇ ਉਹ ਵੀ ਬੜੇ ਤੰਗ ਕਰਦੇ ਨੇ। ਇਹਦੇ ਨਾਲ ਦੀ ਨਾਲ ਮੈਂ ਅੱਜ ਦੇਖਦਾ ਸੀ ਸੈਂਟਰ ਫॉर ਮੋਨੀਟਰਿੰਗ ਇੰਡੀਅਨ ਇਕੋਨਮੀ, ਇੱਕ ਜਿਹੜੀ ਸਾਡੀ ਸੰਸਥਾ ਹੈ CMIE, ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਤਾਂ ਇਸ ਸਰਕਾਰ ਦੇ ਅਧੀਨ ਕੰਮ ਕਰਨਾ ਹੀ ਬੰਦ ਕਰ ਦਿੱਤਾ। ਉਹਨੇ ਜਿਹੜੇ ਬੇਰੁਜ਼ਗਾਰੀ ਦੇ ਅੰਕੜੇ ਦਿੱਤੇ ਨੇ ਉਹਦੇ ਵਿੱਚ ਜਦੋਂ ਅਸੀਂ ਬਿਹਾਰ ਦੇ ਅੰਕੜੇ ਦੇਖਦੇ ਹਾਂ ਤੇ ਉਹ ਭਾਰਤ ਦੇ ਅੰਕੜਿਆਂ ਨਾਲੋਂ ਡਬਲ ਨਜ਼ਰ ਆਉਂਦੇ ਨੇ। ਦਸੰਬਰ 21 ਦੇ ਵਿੱਚ ਬਿਹਾਰ ਦੇ ਜਿਹੜੇ ਅੰਕੜੇ ਸੀ ਉਹ 16% ਸੀ ਬੇਰੁਜ਼ਗਾਰੀ ਦੇ, ਕਿ ਜੇਕਰ 100 ਵਿਦਿਆਰਥੀ ਪੜ੍ਹ ਲਿਖ ਕੇ ਆਉਂਦਾ ਉਹਦੇ 'ਚੋਂ 16 ਜਿਹੜੇ ਨੇ ਬੇਰੁਜ਼ਗਾਰ ਰਹਿ ਜਾਂਦੇ ਨੇ। ਇਹ ਇੱਕ ਵੱਡੀ ਗਿਣਤੀ ਆ, ਜਦਕਿ ਭਾਰਤ ਦੇ ਜਿਹੜੇ ਅੰਕੜੇ ਨੇ ਉਹ 7% ਦੇ ਨੇੜੇ ਤੇੜੇ ਨੇ ਤੇ ਹੁਣ ਉਹਨਾਂ ਦੇ ਵਿੱਚ ਸੁਧਾਰ ਹੋ ਕੇ ਵੀ ਜਿਹੜੇ ਮਾਰਚ ਦੇ ਅੰਕੜੇ ਨੇ ਮਾਰਚ 21 ਦੇ ਉਹ 14% ਹੀ ਹਨ। ਪਰ ਜੇਕਰ ਇਸ ਸਭ ਦੇ ਬਾਵਜੂਦ ਵੀ ਵਿਦਿਆਰਥੀ ਇੰਨੀ ਲੰਬੀ ਚੌੜੀ ਮਿਹਨਤ ਕਰਦੇ ਨੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਤੇ ਉਹ ਕਾਬਲੇ ਗੌਰ ਹੈ। ਪਰ ਇਹਦੇ ਨਾਲ ਦੀ ਨਾਲ ਅਸੀਂ ਸਵਲੀਨ ਜੀ ਦੇਖਦੇ ਹਾਂ ਕਿ ਸਰਕਾਰ ਦੇ ਜੋ ਹਾਲਾਤ ਨੇ ਨੌਕਰੀਆਂ ਨੂੰ ਲੈ ਕੇ ਉਹ ਡਰਾਵਣੇ ਨੇ। ਸਿਰਫ ਔਰ ਸਿਰਫ ਬੈਂਕਿੰਗ ਸੈਕਟਰ ਦੀ ਜੇ ਗੱਲ ਕਰੀਏ ਤੇ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਨੇ ਜਿੰਨੀਆਂ ਬੈਂਕਾਂ ਨੂੰ ਮਰਜ ਕਰਕੇ ਬੈਂਕਿੰਗ ਸੈਕਟਰ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਹੀ
ਲਗਭਗ 1 ਲੱਖ ਨੌਕਰੀ ਸਿਰਫ ਬੈਂਕਿੰਗ ਸੈਕਟਰ ਦੇ ਵਿੱਚ ਹੀ ਜਿਹੜੀ ਆ ਉਹ ਬੀਤੇ ਦੇ ਨਾਲੋਂ ਘਟ ਗਈ ਹੈ। ਸਾਰੇ ਭਾਰਤ ਦੀ ਗੱਲ ਹੈ ਤੇ ਜੇ ਭਾਰਤ ਦੇ ਵਿੱਚੋਂ 1 ਲੱਖ ਨੌਕਰੀ ਘਟਦੀ ਆ ਤੇ ਉਹਦਾ ਸਿੱਧਾ ਅਸਰ ਜਿਹੜੀ ਉਹ ਬੇਰੁਜ਼ਗਾਰੀ ਦੇ ਅੰਕੜੇ ਨੇ ਉਹਨਾਂ ਤੇ ਵਧਣ ਦੀ ਹੋਵੇਗੀ। ਸੋ ਕਾਰਪੋਰੇਟ ਕਲਚਰ ਨੂੰ ਤੁਸੀਂ ਬੜਾਵਾ ਦੇਣਾ ਹੈ ਜਾਂ ਤੁਸੀਂ ਸਰਕਾਰੀ ਤੌਰ ਤੇ ਕੁਝ ਚੀਜ਼ਾਂ ਨੂੰ ਚਲਾਉਣਾ ਹੈ, ਪਰ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਸਿਰਫ ਔਰ ਸਿਰਫ ਤੁਸੀਂ ਦਮਗਜੇ ਮਾਰ ਕੇ ਸਿਰਫ ਔਰ ਸਿਰਫ ਤੁਸੀਂ ਭਾਸ਼ਣ ਦੇ ਕੇ ਹੀ ਦੇਸ਼ ਨੂੰ ਸੁਧਾਰ ਨਹੀਂ ਸਕਦੇ। ਇਹ ਗੱਲ ਠੀਕ ਹੈ ਕਿ ਸਰਕਾਰ ਦੀਆਂ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਕਿ ਉਹ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ, ਪਰ ਜੇਕਰ ਉਹ ਮੁਲਕ ਨੂੰ ਚਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਬਹੁਤ ਕੁਝ ਜਿਹੜਾ ਆ ਉਹ ਪੱਧਰ ਤੇ ਆ ਕੇ ਗਰਾਊਂਡ ਲੈਵਲ ਤੇ ਆ ਕੇ ਕਰਨਾ ਪਵੇਗਾ। ਨਹੀਂ ਤੇ ਦੇਖਣਾ ਪਵੇਗਾ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਕਿ ਨਦੀ ਦੇ ਕਿਨਾਰੇ ਬੈਠ ਕੇ ਪੜ੍ਹ ਰਹੇ ਨੇ। ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੱਲ੍ਹ ਫਿਰ ਇਸੇ ਵੇਲੇ ਨਵੇਂ ਮੁੱਦਿਆਂ ਤੇ ਚਰਚਾ ਕਰਾਂਗੇ। ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।